ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿਤਾਬ 'ਚ ਇੱਕ ਪੜ੍ਹਨਾ ਸ਼ੁਰੂ ਕੀਤਾ ਹੋਇਆ ਆ ਪਿਛਲੇ ਕੁਛ ਭਾਗਾਂ ਤੋਂ, ਵੀ ਜਿਹਦੇ ਵਿੱਚ ਆਪਾਂ ਸਿੱਖ ਧਰਮ ਫਿਲਾਸਫੀ ਜਿਹੜੀ ਕਿ ਕਿਤਾਬ ਛੋਟੀ ਜਿਹੀ ਆ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਵਾਲਿਆਂ ਦੀ, ਉਹ ਆਪਾਂ ਲੜੀਵਾਰ ਪੜ੍ਹੀ ਦੀ ਆ। ਉਹਦੇ ਵਿੱਚ ਆਪਾਂ ਧਰਮ ਕੀ ਹੈ ਅਤੇ ਧਰਮ ਦੀ ਲੋੜ ਕੀ ਹੈ, ਉਹ ਦੋ ਜਿਹੜੇ ਸੀਗੇ ਟੋਪਿਕ ਕਹਿ ਲਈਏ ਉਹਨਾਂ ਨੂੰ, ਵੀ ਵਿਸ਼ੇ ਉਹਨਾਂ ਦੇ ਉੱਤੇ ਆਪਾਂ ਵਿਚਾਰਾਂ ਕੀਤੀਆਂ ਨੇ। ਅਤੇ ਉਹਨਾਂ ਦੇ ਵਿੱਚ ਇਨ ਜਨਰਲ ਆਮ ਜਿਹੜੀ ਰਾਏ ਆ ਵੀ ਧਰਮ ਬਾਰੇ ਅਤੇ ਧਰਮ ਦੀ ਲੋੜ ਬਾਰੇ, ਉਹਦੇ ਉੱਤੇ ਵਿਚਾਰਾਂ ਕਰਦਿਆਂ ਹੋਇਆਂ ਅਤੇ ਉਹਦੇ ਵਿੱਚ ਫਿਰ ਸਿੱਖ ਪੱਖ ਕੀ ਆ ਵੀ ਉਹ ਆਪਾਂ ਮੁੱਦੇ ਜਿਹੜੇ ਉਹ ਵਿਚਾਰੇ ਆ। ਪਰ ਹੁਣ ਜਿਹੜਾ ਅਗਲਾ ਆ ਵਿਸ਼ਾ ਉਹ ਹੈਗਾ ਜੀ ਸਿੱਖ ਧਰਮ ਅਤੇ ਇਸ ਦੇ ਸਿਧਾਂਤ, ਜਿਹੜੇ ਖਾਸ ਤੌਰ ਦੇ ਉੱਤੇ ਸਿੱਖ ਧਰਮ ਦੇ ਸਿਧਾਂਤ 'ਤੇ ਉਹ ਬਾਰੇ ਜਿਹੜੀ ਵਿਚਾਰ ਚਰਚਾ ਆ ਵੀ ਉਹ ਹੈਗੀ ਆ ਜੀ। ਅਤੇ ਉਹ ਆਪਾਂ ਪੜ੍ਹਦਿਆਂ ਹੋਇਆਂ ਵੀ ਇਹ ਵੇਖੀਏ ਵੀ ਜਿਹੜੇ ਸਿੱਖ ਧਰਮ ਅਤੇ ਉਹਦੇ ਜਿਹੜੇ ਸਿਧਾਂਤ ਨੇ ਵੀ ਉਹ ਆਪਣੇ ਆਪ ਦੇ ਵਿੱਚ ਨਿਵੇਕਲਾ ਜਿਹੜਾ ਆ ਵੀ ਉਹ ਕੀ ਦੁਨੀਆ ਨੂੰ ਲੁਕਾਈ ਨੂੰ ਦੇ ਰਹੇ ਨੇ ਜੀ। ਅਤੇ ਉਹ ਦੂਜੀਆਂ ਚੀਜ਼ਾਂ ਨਾਲੋਂ ਦੂਜੇ ਜਿਹੜੇ ਧਰਮ ਪਹਿਲਾਂ ਹੋ ਚੁੱਕੇ ਜਾਂ ਜਿਹੜੇ ਬਾਅਦ 'ਚ ਹੋਏ ਵੀ ਉਹਨਾਂ ਨੂੰ ਵੱਖਰੇ ਕਿਵੇਂ ਨੇ। ਬਿਲਕੁਲ, ਕਿਉਂਕਿ ਅਕਸਰ ਹੀ ਇੱਕ ਜਿਹੜਾ ਟਪਲਾ ਖਾਣ ਵਾਲੀ ਸਟੇਟਮੈਂਟ ਆ ਜਾਂ ਟਪਲਾ ਖਵਾਉਣ ਵਾਲੀ ਸਟੇਟਮੈਂਟ ਆ ਵੀ ਜੀ ਇਹ ਸਾਰੇ ਧਰਮ ਇੱਕੋ ਹੀ ਗੱਲ ਕਰਦੇ ਨੇ, ਅਤੇ ਸਾਰੇ ਧਰਮਾਂ ਦੀ ਜਿਹੜੀ ਇਹ ਵੀ ਮੱਤ ਆ ਵੀ ਉਹ ਸਾਂਝੀ ਆ। ਸੋ ਉਹ ਜਿਹੜਾ ਆ ਵੀ ਉਹ ਕਿਸੇ ਦੇ ਪੱਲੇ ਕੁਛ ਨਹੀਂ ਪਾਉਂਦਾ ਵੀ, ਜਦ ਕਿ ਵੀ ਜਿਹੜੇ ਵਖਰੇਵੇਂ ਆ ਉਹ ਤੁਹਾਨੂੰ ਐਕਚੁਅਲ ਦੇ ਵਿੱਚ ਅਸਲ 'ਚ ਦੱਸਦੇ ਨੇ ਵੀ ਜਿਹੜਾ ਦੁਨੀਆ ਨੂੰ ਦੇਖਣੇ ਦਾ ਨਜ਼ਰੀਆ ਆ ਵੀ ਉਹਦੇ ਵਿੱਚ ਫ਼ਰਕ ਕਿੱਥੇ ਆ ਜੀ। ਅਤੇ ਉੱਥੋਂ ਬੰਦਾ ਸਿੱਖਦਾ ਵੀ ਜਿੱਦਾਂ ਹੁਣ ਮਤਲਬ ਵੀ ਸਾਇੰਸਦਾਨ ਜਿਹੜੇ ਆ ਵੀ ਜੇ ਤੁਸੀਂ ਕਹੋਗੇ ਵੀ ਨਿਊਟਨ ਅਤੇ ਆਈਨਸਟਾਈਨ ਇੱਕੋ ਹੀ ਗੱਲ ਕਰਦੇ ਆ ਜੀ, ਅਤੇ ਤੁਹਾਨੂੰ ਕੁਛ ਨਹੀਂ ਪਤਾ ਲੱਗਣਾ। ਪਰ ਜਦੋਂ ਤੁਸੀਂ ਦੱਸੋਗੇ ਭਈ ਨਿਊਟਨ ਆਹ ਕਹਿ ਰਿਹਾ ਅਤੇ ਆਈਨਸਟਾਈਨ ਨੇ ਉਹਦੇ ਵਿੱਚ ਆਹ ਵਖਰੇਵੇਂ ਦੇਖੇ ਅਤੇ ਫਿਰ ਉਹਨੇ ਆਹ ਜਿਹੜੀ ਆ ਵੀ ਥਿਊਰੀ ਦਿੱਤੀ ਆ ਜੀ, ਫਿਰ ਤੁਸੀਂ ਕਈ ਕੁਝ ਸਿੱਖ ਜਾਂਦੇ ਆ। ਫਿਰ ਜਦੋਂ ਤੁਸੀਂ ਦੋਵਾਂ ਨੂੰ ਕੰਪੇਅਰ ਕਰਕੇ ਹੋ ਸਕਦਾ ਵੀ ਜਿਹੜਾ ਕੱਲ੍ਹ ਦਾ ਸਾਇੰਸਦਾਨ ਆ ਕੋਈ ਤਗੜਾ ਉਹ ਕਹੇ ਵੀ ਨਹੀਂ ਇਹ ਦੋਵੇਂ ਜਿਹੜੇ ਆ ਵੀ ਉਹ ਜਿਹੜੀ ਆਹ ਦੇ ਰਿਹਾ ਥਿਊਰੀ ਅਤੇ ਆਹ ਦੇ ਰਿਹਾ, ਇਹਨਾਂ ਦੋਵਾਂ ਦੇ ਵਿੱਚੋਂ ਮੇਰੀ ਮੱਤ ਜਿਹੜੀ ਆ ਉਹ ਕਹਿ ਰਹੀ ਆ ਭਈ ਆਹ ਜਿਹੜੀ ਸੰਭਾਵਨਾ ਆ ਵੀ ਇਹਦੀ ਮਤਲਬ ਇਹਦੇ ਬਾਰੇ ਆਹ ਜਿਹੜੀ ਮੇਰੀ ਸੋਚ ਆ ਵੀ ਉਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਰੱਖਣੀ ਚਾਹੁੰਦਾ। ਬਿਲਕੁਲ, ਅਤੇ ਉਹਦੇ ਵਿੱਚੋਂ ਫਿਰ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਨਿਕਲੀਆਂ। ਜਦੋਂ ਤੁਸੀਂ ਇਹੀ ਕਹਿ ਤਾ ਵੀ ਸਾਰੇ ਇੱਕੋ ਹੀ ਗੱਲ ਕਹਿ ਰਹੇ ਆ, ਫਿਰ ਉਹਦੇ ਵਿੱਚੋਂ ਕੀ ਨਿਕਲੂ? ਬਿਲਕੁਲ ਕੁਛ ਵੀ, ਗੱਲ ਖਤਮ ਹੋ ਗਈ ਉੱਥੇ। ਨਹੀਂ, ਫਿਰ ਉਹਦੇ ਵਿੱਚ ਇੱਕ ਇਹ ਵੀ ਗੱਲ ਹੈ ਨਾ ਭਾਈ, ਜਿਹੜਾ ਧਰਮ ਤੁਹਾਨੂੰ ਇੱਕ ਚੰਗਾ ਸਮਾਜ ਦੇ ਰਿਹਾ ਆ ਉਸ ਧਰਮ ਦੇ ਨਾਲ ਅਨਿਆਏ ਆ ਨਾ, ਜਦੋਂ ਤੁਸੀਂ ਸਾਰੇ ਧਰਮ ਬਰਾਬਰ ਇੱਕ ਪੱਧਰ 'ਤੇ ਲਿਆ ਕੇ ਰੱਖ ਦੇਣੇ, ਅਤੇ ਜਿਹੜਾ ਇੱਕ ਧਰਮ ਹੈਗਾ ਆ ਉਹ ਲੋਕਾਂ ਨੂੰ ਜਾਤ ਪਾਤ ਸਿਸਟਮ ਨੂੰ ਪ੍ਰਮੋਟ ਕਰ ਰਿਹਾ ਆ, ਲੋਕਾਂ ਨੂੰ ਊਚ ਨੀਚ ਦੇ ਵਿੱਚ ਲੈ ਕੇ ਜਾ ਰਿਹਾ ਆ, ਜਾਂ ਹੋਰ ਜਿੰਨੇ ਵਹਿਮ ਭਰਮ ਆ ਉਹਦੇ ਵਿੱਚ ਲੈ ਕੇ ਜਾ ਰਿਹਾ ਹੈਗਾ ਆ। ਅਤੇ ਜਦੋਂ ਤੁਸੀਂ ਇਹ ਸਟੇਟਮੈਂਟ ਦੇ ਦੇਣੀ, ਇੱਕ ਕਹਿ ਲਓ ਕਿ ਇੱਕ ਖੁੱਲ੍ਹੀ ਜਿਹੀ ਸਟੇਟਮੈਂਟ ਦੇ ਦੇਣੀ ਕਿ ਸਾਰੇ ਧਰਮ ਬਰਾਬਰ ਆ, ਅਤੇ ਉਹਦੇ ਵਿੱਚ ਇਹ ਫਿਰ ਜਿਹੜਾ ਧਰਮ ਤੁਹਾਨੂੰ ਚੰਗੀਆਂ ਗੱਲਾਂ ਸਿਖਾ ਰਿਹਾ ਉਹਦੇ ਨਾਲ ਅਨਿਆਏ ਹੈਗਾ, ਯਾਨੀ ਤੁਸੀਂ ਉਹਨਾਂ ਨੂੰ ਡੀਵੈਲਿਊ ਕਰ ਰਹੇ ਹੋ, ਉਹਨਾਂ ਵੈਲਿਊਜ਼ ਨੂੰ, ਅਤੇ ਉਹ ਚੰਗੀ ਗੱਲ ਵੀ ਨਹੀਂ ਹੈ। ਇੱਕ ਹੋਰ ਜਿਹੜਾ ਮਸਲਾ ਇੱਥੇ ਆਪਾਂ ਨੂੰ ਵਿਚਾਰ ਲੈਣਾ ਚਾਹੀਦਾ ਆ ਵੀ ਉਹ ਜੋ ਅੱਜ ਕੱਲ੍ਹ ਫਰਾਂਸ ਦੇ ਵਿੱਚ ਚੱਲਦਾ ਪਿਆ ਆ ਜੀ, ਵੀ ਜਿੱਥੇ ਉਹਨਾਂ ਦਾ ਕੋਈ ਮੈਗਜ਼ੀਨ ਹੈ ਇੱਕ ਚਾਰਲੀ ਐਬਦੋ ਕਰਕੇ, ਅਤੇ ਉਹਨਾਂ ਨੇ ਪ੍ਰੋਫਿਟ ਮੁਹੰਮਦ ਜਿਹੜੇ ਇਸਲਾਮ ਦੇ ਬਾਨੀ ਆ ਵੀ ਉਹਨਾਂ ਦੇ ਕਾਰਟੂਨ ਬਣਾ ਕੇ ਅਤੇ ਉਹ ਛਾਪ ਦਿੱਤੇ ਜੀ। ਹੁਣ ਜਿਹੜੇ ਜਾਣਦੇ ਨੇ ਵੀ ਇਸਲਾਮ ਦੇ ਵਿੱਚ ਵੀ ਮੁਹੰਮਦ ਸਾਹਿਬ ਦੀ ਇਮੇਜ ਬਣਾਉਣੀ ਜਿਹੜੀ ਆ ਬਿਲਕੁਲ ਉਹ ਕਹਿੰਦੇ ਬੁੱਤ ਪੂਜਾ ਦੇ ਬਰਾਬਰ ਆ, ਅਤੇ ਉਹਨੂੰ ਮਤਲਬ ਸਖਤ ਉਹ ਆਪਣੇ ਜਿਹੜਾ ਕਹਿ ਲਓ ਵੀ ਧਰਮ ਆ ਉਹਦੇ ਉੱਤੇ ਹਮਲਾ ਪਾਉਂਦੇ ਆ। ਅਤੇ ਉਹ ਜਿਹੜਾ ਮੈਗਜ਼ੀਨ ਆ ਉਹ ਪਹਿਲਾਂ ਵੀ ਇੱਦਾਂ ਦੀਆਂ ਸ਼ਕਸ਼ੁੰਦਰੀਆਂ ਜਿਹੜੀਆਂ ਵੀ ਉਹ ਛੇੜ ਹਟਿਆ ਸੀਗਾ ਕੁਝ ਸਾਲ ਪਹਿਲਾਂ, ਉਦੋਂ ਵੀ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਵੀ ਹੋਏ ਸੀ, ਫਰਾਂਸ ਦਾ ਬਾਈਕਾਟ ਵੀ ਹੋਇਆ ਸੀ ਜੀ। ਉਹ ਤੋਂ ਬਾਅਦ ਚੁੱਪ ਕਰਕੇ ਬਹਿ ਗਏ ਸੀਗੇ ਉਹ, ਅਤੇ ਹੁਣ ਫੇਰ ਦੁਬਾਰਾ ਉਹਨਾਂ ਨੇ ਕਾਰਟੂਨ ਛਾਪ ਦਿੱਤੇ। ਅਤੇ ਹੁਣ ਉਹ ਕਈ ਥਾਵਾਂ ਦੇ ਉੱਤੇ ਇੱਕ ਤਾਂ ਜਿਹੜਾ ਜਿੱਥੋਂ ਸ਼ੁਰੂ ਹੋਇਆ ਕੰਮ ਜੀ, ਉਹ ਜਿਹੜਾ ਕਿਸੇ ਸਕੂਲ ਦਾ ਕੋਈ ਟੀਚਰ ਸੀਗਾ ਉਹਨੇ ਉਹ ਕਾਰਟੂਨ ਜਿਹੜੇ ਆ ਕਲਾਸ ਦੇ ਵਿੱਚ ਦਿਖਾ ਦਿੱਤੇ। ਉੱਥੋਂ ਮਸਲਾ ਜਿਹੜਾ ਆ ਵੀ ਉਹ ਪਕਿਆ, ਨਿਆਣੇ ਨੇ ਜਾ ਕੇ ਕਿਸੇ ਨੇ ਘਰੇ ਦੱਸ ਦਿੱਤਾ, ਅਤੇ ਉਹ ਕੋਈ ਉਹ ਸੀਗਾ ਚੇਚਨੀਆਂ ਜਿਹੜਾ ਰੂਸ ਦੇ ਥੱਲੇ ਅੱਜ ਕੱਲ੍ਹ, ਅਤੇ ਉੱਥੇ ਆਜ਼ਾਦੀ ਦੀਆਂ ਲੜਾਈਆਂ ਚੱਲਦੀਆਂ, ਅਤੇ ਉਹਨੂੰ ਕੋਈ ਕਹਿੰਦਾ ਵੀ ਇਹ ਟੈਰਰਿਸਟ ਨੇ ਅਤੇ ਕੋਈ ਕਹਿੰਦਾ ਵੀ ਇਹ ਆਜ਼ਾਦੀ ਘੁਲਾਟੀਏ ਨੇ।
ਤੇ ਉਹਦੇ ਵਿੱਚੋਂ ਕੋਈ ਰਿਫਿਊਜੀ ਬਣ ਕੇ ਆਇਆ ਹੋਇਆ ਸੀਗਾ ਤੇ ਉਹਨੇ ਜਾ ਕੇ ਤੇ ਉਹ ਟੀਚਰ ਦਾ ਗਲਾ ਵੱਢ ਦਿੱਤਾ। ਉੱਥੋਂ ਗੱਲ ਫੈਲੀ, ਫਿਰ 3 ਬੰਦੇ ਹੋਰ ਕਿਤੇ ਚਰਚ ਦੇ ਵਿੱਚ ਮਾਰ ਦਿੱਤੇ ਤੇ ਹੋਰ ਕਈ ਮਤਲਬ ਉਹ 'ਚ ਵਿੱਚ ਪੰਗੇ ਚੱਲਦੇ ਪਏ। ਤੇ ਜਿਹੜਾ ਫਰਾਂਸ ਦਾ ਪ੍ਰਧਾਨ ਮੰਤਰੀ ਆ, ਰਾਸ਼ਟਰਪਤੀ, ਉਹ ਕਹਿ ਰਿਹਾ ਭਈ ਇਹ ਫਰੀडम ਆਫ ਸਪੀਚ ਦਾ ਮਾਮਲਾ ਹੈ। ਠੀਕ। ਹੁਣ ਜਿੱਥੇ ਨਾ ਸਵਾਲ ਪੈਦਾ ਹੁੰਦਾ ਆ ਭਈ ਇੱਕ ਹੈਗਾ ਆ ਭਈ ਕਿਸੇ ਧਰਮ ਦਾ ਬਾਨੀ, ਕਿਸੇ ਧਰਮ ਦੀ ਸਤਿਕਾਰਤ ਸ਼ਖਸੀਅਤ, ਉਹਨੂੰ ਗਾਲਾਂ ਕੱਢਣੀਆਂ, ਉਹਦੀ ਬੇਇੱਜ਼ਤੀ ਕਰਨੀ, ਤੇ ਉਹਨੂੰ ਤੁਸੀਂ ਕਹਿ ਰਹੇ ਆ ਵੀ ਫਰੀडम ਆਫ ਸਪੀਚ ਆ। ਬਿਲਕੁਲ। ਇੱਕ ਹੈਗਾ ਆ ਭਈ ਜਿਹੜਾ ਹਿਟਲਰ ਨੇ ਕੀਤਾ ਯਹੂਦੀਆਂ ਦੇ ਖਿਲਾਫ, ਤੇ ਉਹ ਜੋ ਕੁਝ ਮਤਲਬ ਉਹ ਸੈਕੰਡ ਵਰਲਡ ਵਾਰ 'ਚ 60 ਲੱਖ ਯਹੂਦੀ ਮਾਰ ਦਿੱਤਾ ਜੀ, ਤੇ ਕਿੰਨੇ ਜਿਪਸੀ ਮਾਰ ਦਿੱਤੇ, ਰੂਸੀ ਮਾਰੇ, ਉਹ ਸਾਰਾ ਕੁਝ ਜਿਹੜਾ ਉਹਦੇ ਵਿੱਚ ਤੁਸੀਂ ਕਾਨੂੰਨ ਬਣਾਇਆ ਹੋਇਆ ਆ ਭਈ ਜੇ ਕੋਈ ਇਸ ਗੱਲ ਦੇ ਉੱਤੇ ਸਵਾਲ ਉਠਾਉਂਦਾ ਆ ਭਈ 60 ਲੱਖ ਯਹੂਦੀ ਮਾਰੇ ਗਏ ਤੇ ਉਹਨੂੰ ਅਸੀਂ ਜੇਲ੍ਹ 'ਚ ਸੁੱਟ ਦੇਣਾ। ਜੇ ਕੋਈ ਮਤਲਬ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਆ ਵੀ ਉਹ ਲਿਮਿਟ ਕੀਤੀਆਂ ਹੋਈਆਂ ਫਰੀडम ਆਫ ਸਪੀਚ, ਪਰ ਇੱਥੇ ਆ ਕੇ ਤੁਸੀਂ ਕਹਿੰਦੇ ਆ ਵੀ ਅਸੀਂ ਕੁਝ ਨਹੀਂ ਕਰਨਾ। ਔਰ ਤੁਸੀਂ ਇੱਦਾਂ ਆ ਵੀ ਜਿੱਦਾਂ ਬਰੂਦ ਨੂੰ ਤੁਸੀਂ ਅੱਗ ਦਿਖਾ ਰਹੇ ਆ, ਫਿਰ ਜਦੋਂ ਬਰੂਦ ਦਾ ਪਟਾਕਾ ਪੈਂਦਾ ਆ ਤੁਸੀਂ ਕਹਿੰਦੇ ਓਹੋ ਬਰੂਦ ਤੇ ਬਹੁਤ ਮਾੜਾ ਆ ਭਈ ਇਹ ਤਾਂ ਭਈ ਕੱਢ ਦੇਣਾ ਚਾਹੀਦਾ ਇੱਥੋਂ ਸਾਰਾ। ਵੀ ਉਹ ਮੁਲਕ ਨੂੰ ਕਹਿੰਦੇ ਵੀ ਉਹ ਇਸਲਾਮ ਦੇ ਖਿਲਾਫ ਉਹਨੇ ਬਕਾਇਦਾ ਇੰਨੀਆਂ ਸਟੇਟਮੈਂਟਾਂ ਦੇ ਦਿੱਤੀਆਂ। ਫਿਰ ਜਦੋਂ ਜਿਹੜੇ ਮੁਸਲਮਾਨ ਕੰਟਰੀ ਆ ਵੀ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀਆਂ ਚੀਜ਼ਾਂ ਦਾ ਬਾਈਕਾਟ ਕਰ ਦੇਣਾ, ਉਹਨੂੰ ਵੀ ਇਹ ਮਾੜਾ ਕਹਿ ਰਹੇ ਆ ਭਈ ਤੁਸੀਂ ਇਹ ਕਿੱਦਾਂ ਕਰ ਸਕਦੇ ਆ। ਅੱਛਾ, ਉਹਨਾਂ ਕੋਲ ਫਰੀडम ਸਪੀਚ ਨਹੀਂ ਹੈਗੀ। ਸੋ ਮਤਲਬ ਭਈ ਮੁਸਲਮਾਨਾਂ ਕੋਲੇ ਫਿਰ ਇਹਦਾ ਮਤਲਬ ਵੀ ਕੋਈ ਰਾਈਟ ਹੀ ਹੈ ਨਹੀਂ ਭਈ ਉਹ ਚੁੱਪ ਕਰਕੇ ਦੇਖੀ ਚੱਲਣਾ। ਹਾਂ ਠੀਕ ਆ ਵੀ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਵੀ ਹੋ ਰਹੀ ਆ, ਸਾਡੇ ਧਰਮ ਦੇ ਉੱਤੇ ਹਮਲੇ ਵੀ ਹੋ ਰਹੇ ਆ, ਤੇ ਉਹ ਕਹਿ ਰਹੇ ਆ ਵੀ ਅਸੀਂ ਕਰਨਾ ਵੀ ਕੁਛ ਨਹੀਂ ਜੀ। ਤੇ ਜੇ ਕਹਿਣ ਨਾ ਵੀ ਫਰਾਂਸ ਦੀਆਂ ਕਚਹਿਰੀਆਂ ਤੇ ਹੋਰ ਜਿਹੜੇ ਆ ਵੀ ਉਹਨਾਂ ਨੇ ਕਿਹਾ ਹੋਵੇ ਭਈ ਅਸੀਂ ਜੀ ਇਹਨਾਂ ਦੇ ਖਿਲਾਫ ਜਿਹੜਾ ਆ ਵੀ ਉਹ ਐਕਸ਼ਨ ਲਵਾਂਗੇ, ਉਹ ਤੋਂ ਬਾਅਦ ਵੀ ਕਿਸੇ ਨੇ ਕੁਛ ਕੀਤਾ ਹੈ, ਫਿਰ ਠੀਕ ਆ ਵੀ ਕੰਡੈਮ ਕਰਨਾ ਚਾਹੀਦਾ ਭਾਈ। ਵੀ ਜਦੋਂ ਪ੍ਰੋਸੈਸ ਚੱਲ ਰਿਹਾ ਭਈ ਤੁਹਾਨੂੰ ਨਿਆਂ ਦੇਣ ਦੀ ਪ੍ਰਣਾਲੀ ਜਿਹੜੀ ਆ ਵੀ ਉਹ ਸਾਰੀ ਐਨ ਭਈ ਕੰਮ ਕਰ ਰਹੀ ਸੀ ਆਪਣਾ, ਭਈ ਤੁਸੀਂ ਜਾ ਕੇ ਆਪਣੇ ਹੱਥ ਜਿਹੜੇ ਆ ਵੀ ਉਹ ਚੱਕੇ ਆ, ਵਾਇਲੈਂਸ ਜਿਹੜੀ ਆ ਵੀ ਉਹਦਾ ਸਹਾਰਾ ਲਿਆ ਆ, ਫਿਰ ਠੀਕ ਆ ਵੀ ਤੁਹਾਨੂੰ ਟੈਰਰਿਸਟ ਕਹਿਣਾ, ਜਿਹੜਾ ਅੱਤਵਾਦੀ ਕਹਿਣਾ ਵੀ ਉਹ ਜਾਇਜ਼ ਆ। ਪਰ ਜਦੋਂ ਤੁਹਾਡਾ ਸਾਰਾ ਸਿਸਟਮ ਕਹਿ ਰਿਹਾ ਆ ਭਈ ਅਸੀਂ ਕੁਝ ਨਹੀਂ ਕਰਨਾ, ਉਹ ਬੰਦਿਆਂ ਦਾ ਰਾਈਟ ਆ ਭਈ ਤੁਹਾਡੀਆਂ ਸਤਿਕਾਰਤ ਸ਼ਖਸੀਅਤਾਂ ਨੂੰ ਭਈ ਇਹ ਗਾਲਾਂ ਵੀ ਕੱਢਣੀਆਂ, ਬੇਇੱਜ਼ਤੀ ਵੀ ਕਰਨੀ, ਤੁਹਾਡੀ ਪੂਰੀ ਕੌਮ ਦੇ ਉੱਤੇ, ਧਰਮ ਦੇ ਉੱਤੇ ਹਮਲਾ ਕਰਨਾ, ਪਰ ਤੁਹਾਡਾ ਕੋਈ ਰਾਈਟ ਨਹੀਂ ਹੈਗਾ ਵੀ ਤੁਸੀਂ ਈਵਨ ਸਾਡੀਆਂ ਚੀਜ਼ਾਂ ਵੀ ਬਾਈਕਾਟ ਕਰ ਸਕਦੇ। ਤਾਂ ਕੋਈ ਸੈਂਸ ਬਣਦੀ ਨਹੀਂ, ਉਹ ਬਿਲਕੁਲ ਨਹੀਂ ਬਣਦੀ ਹੈਗੀ ਜਮੀ ਸੈਂਸਲੈਸ ਗੱਲ। ਉਹ ਸਾਰਾ ਕੁਝ ਜਿਹੜਾ ਆ ਵੀ ਉਹ ਵਿਚਾਰਨੇ ਵਾਲਾ ਆ ਵੀ ਜਿਹੜੇ ਸਿਧਾਂਤ ਨੇ ਜੀ ਜਿਹਦੇ ਉਹ ਯੂਨੀਵਰਸਲੀ ਅਪਲਾਈ ਹੋ ਰਹੇ ਨੇ ਭਈ ਹਰੇਕ ਦੇ ਉੱਤੇ ਇਕੁਅਲੀ ਲੱਗ ਰਹੇ ਨੇ, ਫਿਰ ਉਹ ਸਿਧਾਂਤ ਜਿਹੜੇ ਆ ਵੀ ਉਹ ਵਾਕਈ ਸੱਚ ਨੇ, ਸਹੀ ਨੇ। ਇੱਕ ਗੱਲ ਇਹ ਵੀ ਹੁੰਦੀ ਨਾ ਭਾਈ ਕਿ ਤੁਹਾਡੀ ਫਰੀडम ਆਫ ਸਪੀਚ ਜਦੋਂ ਤੁਸੀਂ ਆਪਣਾ ਇੱਕ ਕਹਿ ਲਓ ਕਿ ਹਥਿਆਰ ਹੀ ਬਣਾ ਲਿਆ ਆ, ਜਿਹੜੇ ਗਲਤ ਅਨਸਰ ਹੈਗੇ ਆ ਉਹਨਾਂ ਨੇ ਆਪਣੀਆਂ ਗਲਤ ਗੱਲਾਂ ਨੂੰ ਮੋਹਰ ਲਗਾਉਣ ਵਾਸਤੇ ਹਥਿਆਰ ਬਣਾ ਲਿਆ। ਖੈਰ ਮਤਲਬ ਫਰੀडम ਆਫ ਸਪੀਚ ਤੁਸੀਂ ਜਦੋਂ ਹੁਣ ਤੁਸੀਂ ਮੁਹੰਮਦ ਸਾਹਿਬ ਦੀ ਫੋਟੋ ਬਣਾਈ, ਤੁਹਾਡਾ ਟੀਚਾ ਕੀ ਸੀਗਾ? ਬਿਲਕੁਲ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਸੀ ਕਿ ਤੁਸੀਂ ਉਹ ਤਾਂ ਕਲੈਰੀਫਾਈ ਕਰੋ ਪਹਿਲਾਂ। ਮਤਲਬ ਤੁਸੀਂ ਜਾਂ ਤਾਂ ਇਦਾਂ ਹੁੰਦਾ ਨਾ ਕਿ ਕੋਈ ਬੰਦਾ ਧਰਮ ਦੇ ਨਾਂ ਤੇ ਗਲਤ ਗੱਲਾਂ ਪ੍ਰਚਾਰ ਰਿਹਾ ਆ, ਤੁਸੀਂ ਉਹਨਾਂ ਗਲਤ ਗੱਲਾਂ ਨੂੰ ਤੁਸੀਂ ਕੱਟ ਦਿੱਤਾ ਆਪਣੀਆਂ ਗੱਲਾਂ ਦੇ ਨਾਲ ਜਾਂ ਆਪਣੇ ਪ੍ਰਚਾਰ ਦੇ ਨਾਲ। ਇਹਦੇ ਵਿੱਚ ਤਾਂ ਕੁਛ ਇੱਦਾਂ ਦਾ ਨਜ਼ਰ ਆ ਨਹੀਂ ਰਿਹਾ ਕਿ ਜਿੱਦਾਂ ਕੋਈ ਮੁਸਲਮਾਨ ਹੈਗੇ ਆ ਉਹ ਕੁਛ ਤਰੀਕੇ ਦਾ ਗਲਤ ਪ੍ਰਚਾਰ ਕਰ ਰਹੇ ਆ, ਤੇ ਤੁਸੀਂ ਉਸ ਐਕਟ ਦੇ ਨਾਲ ਤੁਸੀਂ ਕੁਝ ਲੋਕਾਂ ਨੂੰ ਸਮਝਾ ਰਹੇ ਹੋ, ਲੇਕਿਨ ਕੁਝ ਸਮਝ ਥੋੜਾ ਰਿਹਾ। ਤੁਸੀਂ ਇੱਕ ਮੁਹੰਮਦ ਸਾਹਿਬ ਦੀ ਫੋਟੋ ਬਣਾ ਕੇ ਤੁਸੀਂ ਇੱਕ ਵਾਇਲੈਂਸ ਵਾਲਾ ਮਾਹੌਲ ਖੜਾ ਕਰਤਾ ਆਪ ਹੀ, ਤੁਸੀਂ ਆਪ ਗਰਾਊਂਡ ਤਿਆਰ ਕੀਤੀ ਹੈ ਉਸ ਤਰ੍ਹਾਂ ਦੀ, ਤੇ ਜਦੋਂ ਉਸ ਗਰਾਊਂਡ ਦੇ ਉੱਤੇ ਪਟਾਕੇ ਵੱਜਣੀਆਂ ਫਿਰ ਤੁਸੀਂ ਕਹਿਣਾ ਹੈ ਕਿ ਇਹ ਕੀ ਹੋ ਗਿਆ ਹੈਗਾ। ਬਿਲਕੁਲ ਨਾਲ ਉਹਦੇ ਤੁਸੀਂ ਇਹ ਵੀ ਸੋਚ ਕੇ ਵੇਖੋ ਭਈ ਜੇ ਤੁਸੀਂ ਹਾਈਪੋਥੈਟੀਕਲ ਸਿਚੁਏਸ਼ਨ ਲੈਂਦੇ ਆ ਜੀ, ਭਈ ਜੇ ਮੁਸਲਮਾਨ ਵੀ ਜੋ ਹੋਇਆ ਚਲੋ ਉਹ ਕੰਡੈਮ ਕੀਤਾ ਜਾਣਾ ਚਾਹੀਦਾ ਆ, ਭਈ ਉਹਦੇ ਪ੍ਰੋਸੈਸ ਜਿਹੜੇ ਆ ਵੀ ਫਰਦਰ ਹੋਰ ਹੋਣੇ ਚਾਹੀਦੇ ਸੀ। ਜਿੱਦਾਂ ਜੇ ਆਪਾਂ ਸਿੱਖ ਧਰਮ ਦੀ ਲਈਏ ਗੱਲ, ਭਈ ਜੇ ਕਿਸੇ ਨੇ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਸਿੱਖਾਂ ਨੇ ਜਾ ਕੇ ਇਹ ਨਹੀਂ ਕਰ ਲਿਆ ਵੀ ਠੀਕ ਆ ਵੀ ਇਹਨਾਂ ਦੇ ਗਾਟੇ ਲਾ ਦਈਏ, ਉਹਨਾਂ ਨੇ ਸਮਾਂ ਕੇ ਪ੍ਰੋਸੈਸ ਜਿਹੜਾ ਸੀਗਾ ਵੀ ਉਹ ਸ਼ੁਰੂ ਕੀਤਾ ਵੀ ਜਿਹਦੇ ਵਿੱਚ ਭਈ ਜੇ 5ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਸ਼ਹੀਦ ਕੀਤੇ ਗਏ, ਉਦੋਂ ਬਾਅਦ ਸ਼ਹਾਦਤਾਂ ਭਾਵੇਂ ਅਸੀਂ ਹੋਰ ਦਿੱਤੀਆਂ, ਪਰ ਅਲਟੀਮੇਟਲੀ ਐਸਾ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਬੰਨ ਮਾਰ ਦਿੱਤਾ ਉਸ ਚੀਜ਼ ਦੇ ਉੱਤੇ ਭਈ ਗਾਂਹ ਲਈ ਜਿਹੜੀਆਂ ਉਹ ਤਾਕਤਾਂ ਸੀਗੀਆਂ ਵੀ ਉਹ ਹਮੇਸ਼ਾ ਲਈ ਖਤਮ ਹੋ ਗਈਆਂ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਇੱਕ ਉਹ ਤਰੀਕਾ ਹੈਗਾ।
ਦੂਜਾ ਹੈਗਾ ਆ ਭਈ ਜੇ ਕੋਈ ਇਮੀਡੀਏਟਲੀ ਕੁਛ ਕਰਨਾ ਚਾਹੁੰਦਾ, ਹੁਣ ਤੁਸੀਂ ਇਹ ਸੋਚ ਕੇ ਵੇਖਿਓ ਭਈ ਉਹਨਾਂ ਕੋਲੇ ਆਪਸ਼ਨਾਂ ਕੀ ਸੀਗੀਆਂ ਮੁਸਲਮਾਨਾਂ ਕੋਲੇ, ਭਈ ਉਹ ਇਹ ਕਰਨਾ ਸ਼ੁਰੂ ਕਰ ਦਿੰਦੇ ਵੀ ਚੰਗਾ ਭਈ ਤੁਸੀਂ ਸਾਡੇ ਧਰਮ ਦੇ ਬਾਨੀ ਦੀ ਬੇਇੱਜ਼ਤੀ ਕੀਤੀ, ਅਸੀਂ ਤੁਹਾਡੇ ਧਰਮ ਦੇ ਬਾਨੀ ਦੀ ਬੇਇੱਜ਼ਤੀ ਕਰਾਂਗੇ। ਸੋ ਮਤਲਬ ਕੀ ਇਹ ਚਾਹੁੰਦੇ ਸੀਗੇ ਉਹ। ਸੋ ਉਹਦੇ ਨਾਲ ਤੇ ਸਮਾਂ ਕਿ ਉਹੀ ਗੱਲ ਸ਼ੁਰੂ ਹੋ ਜਾਂਦੀ ਆ ਭਈ ਜਿੱਦਾਂ ਮੁਸਲਮਾਨ ਆਪਣਾ ਹਿੰਦੂ ਜਿਹੜੇ ਆ ਜਦੋਂ ਸਿੱਖ ਧਰਮ 'ਤੇ ਹਮਲਾ ਕਰਦੇ ਆ ਤੇ ਸਾਡੇ ਤੋਂ ਐਕਸਪੈਕਟਡ ਕੀ ਹੁੰਦਾ ਆ ਵੀ ਅਸੀਂ ਕੀ ਕਰਾਂਗੇ, ਵੀ ਅਸੀਂ ਉਹਨਾਂ ਦੇ ਧਰਮ ਦੇ ਉੱਤੇ ਹਮਲਾ ਕਰੀਏ। ਸੋ ਤਾਂ ਕਿ ਵੀ ਇੱਕ ਤੇ ਆ ਵੀ ਲੈਵਲ ਬਰਾਬਰ ਜਿਹਾ ਹੋ ਜਾਵੇ ਭਈ ਦੋਵੇਂ ਜੀ ਇੱਕੋ ਜਿਹੀ ਆ, ਔਰ ਦੂਜਾ ਇਹ ਭਈ ਜਿਹੜਾ ਟਿਟ ਫੋਰ ਟੈਟ ਵਾਲਾ ਕੰਮ ਹੁੰਦਾ ਆ ਵੀ ਇੱਕ ਦੀ ਅਖਬਾਰ ਜਿਹੜੀ ਆ ਉਹਦੀ ਹੈਗੀ ਆ ਰੀਡਰਸ਼ਿਪ 10 ਮਿਲੀਅਨ, ਇੱਕ ਦੀ ਹੈਗੀ ਆ 1 ਮਿਲੀਅਨ। ਹੁਣ ਉਹ 10 ਮਿਲੀਅਨ ਤੇ 1 ਮਿਲੀਅਨ ਵਾਲਿਆਂ ਦਾ ਜਿਹੜਾ ਆ ਆਪਸ ਵਿੱਚ ਮੁਕਾਬਲਾ ਕਿੱਥੋਂ ਹੋ ਜਾਣਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਜਿਹੜੀ ਪ੍ਰੋਸੈਸ ਜਿਹੜੇ ਬਣੇ ਹੈਗੇ ਭਈ ਜਿਹੜਾ ਸੀਗਾ ਭਈ ਅਮੀਰ ਤੇ ਗਰੀਬ ਦੇ ਵਿੱਚ ਵੀ ਜਿਹੜਾ ਨਿਆਂ ਦੀ ਪ੍ਰਣਾਲੀ ਸਾਰੀ ਇੱਕੋ ਤਰ੍ਹਾਂ ਹੋਊਗੀ ਡੀਲ, ਉਹ ਸਾਰਾ ਇੱਥੇ ਵੀ ਹੋਣਾ ਚਾਹੀਦਾ। ਉਹ ਇਸ ਕਰਕੇ ਜਿਹੜਾ ਸਿਸਟਮ ਆ ਡੈਮੋਕ੍ਰੇਸੀ ਵਾਲਾ ਉਹ ਚੱਲਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਇਹ ਵਿਚਾਰਨੇ ਵਾਲੀਆਂ ਆ। ਤੇ ਠੀਕ ਹੈ ਭਾਜੀ, ਫਿਰ ਹੁਣ ਜਿਹੜਾ ਆਪਾਂ ਉਹਨੂੰ ਆਪਣਾ ਕਿਤਾਬ ਨੂੰ ਅੱਗੇ ਗਾਹਾਂ ਪੜ੍ਹਦੇ ਹਾਂ। ਹਾਂਜੀ। ਤੇ ਉਹਦੇ ਵਿੱਚ ਉਹਨਾਂ ਨੇ ਸਬ ਹੈਡਿੰਗ ਦਿੱਤੀ ਹੈ ਸਿੱਖ ਧਰਮ ਤੇ ਇਸ ਦੇ ਸਿਧਾਂਤ। ਰਾਈਟ। ਲਿਖਦੇ ਹਨ ਕਿ ਜਿਹੜਾ ਧਰਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੋਰਿਆ ਅਤੇ ਬਾਕੀ 9 ਗੁਰੂ ਸਾਹਿਬਾਨ ਨੇ ਪ੍ਰਚਾਰਿਆ ਉਹੀ ਸਿੱਖੀ ਧਰਮ ਹੈ ਅਤੇ ਇਸ ਧਰਮ ਨੂੰ ਤੇ ਕੇਵਲ ਇਸ ਧਰਮ ਨੂੰ ਮੰਨਣ ਵਾਲਾ ਹੀ ਸਿੱਖ ਹੈ। ਇਹ ਗੱਲ ਇਉਂ ਵੀ ਕਹੀ ਜਾ ਸਕਦੀ ਹੈ ਕਿ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਠੀਕ ਹੈ ਜੀ, ਕਿਉਂਕਿ ਇਹਦੇ ਵਿੱਚ ਆ ਜਿਹੜਾ ਲਿਖਿਆ ਹੈ ਨਾ ਵੀ 10 ਗੁਰੂ ਸਾਹਿਬਾਨ ਦੀ ਬਾਣੀ ਜੀ, ਇਹ ਥੋੜ੍ਹੀ ਜਿਹੀ ਕਨਫਿਊਜ਼ਨ ਪੈਦਾ ਕਰਦੀ ਆ। ਵੀ ਮੈਂ ਵੀਡੀਓ ਵੀ ਦੇਖ ਰਿਹਾ ਸੀਗਾ ਆਪਣਾ ਸਰਦਾਰ ਅਜਮੇਰ ਸਿੰਘ ਹੁਣਾਂ ਦੀ, ਹਾਂਜੀ, ਜਿਹਦੇ ਵਿੱਚ ਉਹ ਗੱਲ ਨੁਕਤਾ ਬੜਾ ਵਧੀਆ ਉਹ ਦੇ ਰਹੇ ਸੀ। ਕਹਿੰਦੇ ਵੀ ਇਹ ਕਹਿਣਾ ਭਈ ਇੰਦਰਾ ਗਾਂਧੀ ਨੂੰ ਬਦਲਾ ਲੈਣ ਲਈ ਸਿੱਖਾਂ ਨੇ ਮਾਰਿਆ ਜੀ, ਭਈ ਅਕਾਲ ਤਖਤ ਉਹਨੇ ਢਾਹਿਆ ਇਸ ਕਰਕੇ ਬਦਲਾ ਲੈਣ ਲਈ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ। ਵੀ ਜਿਹੜਾ ਬਦਲਾ ਲੈਣ ਦਾ ਕਨਸੈਪਟ ਆ ਵੀ ਉਹ ਨਹੀਂ ਹੈਗਾ ਸਾਡਾ। ਬਿਲਕੁਲ। ਭਈ ਜਦੋਂ ਕੋਈ ਜ਼ੁਲਮ ਕਰਦਾ ਆ, ਜ਼ਾਲਮ ਨੂੰ ਸਜ਼ਾ ਦੇਣੀ ਜਿਹੜੀ ਆ ਉਹ ਸਾਡਾ ਹੱਕ ਆ, ਕਿਉਂਕਿ ਅਸੀਂ ਆਪਣੀ ਜਿਹੜੀ ਬਾਦਸ਼ਾਹੀ ਤੇ ਆਪਣੀ ਜਿਹੜੀ ਖੁਦ ਮੁਖਤਿਆਰੀ ਆ ਉਹਦੇ ਵਿੱਚੋਂ ਅਸੀਂ ਫੈਸਲਾ ਕਰਦੇ ਜੀ। ਬਿਲਕੁਲ। ਪਰ ਜਿਹੜਾ ਬਦਲਾ ਲੈਣਾ ਆ ਉਹ ਤਾਂ ਬਹੁਤ ਨੀਵੇਂ ਪੱਧਰ ਦੇ ਉੱਤੇ ਆ ਕੇ ਤੇ ਤੁਸੀਂ ਜਿੱਦਾਂ ਕਹਿ ਲਓ ਵੀ ਉਹ ਉਦਾਹਰਨ ਦਿੰਦੇ ਆ ਵੀ ਪਿੰਡ ਦੇ ਵਿੱਚ ਜਿੱਦਾਂ ਵੀ ਸ਼ਰੀਕੇਬਾਜ਼ੀ ਦੇ ਵਿੱਚ ਵੀ ਉਹਨੇ ਉਹਦਾ ਮਾਰਤਾ, ਉਹਨੇ ਉਹਦਾ ਮਾਰ ਦਿੱਤਾ, ਤੇ ਉਹ ਕੰਮ ਜਿਹੜਾ ਆ ਵੀ ਉਹ ਨਹੀਂ ਹੈਗਾ। ਵੀ ਇਸ ਕਰਕੇ ਵੀ ਜਿਹੜੀ ਸ਼ਬਦਾਵਲੀ ਚੁਣਨੀ ਕੁਛ ਗੱਲ ਆਪਣੀ ਐਕਸਪ੍ਰੈਸ ਕਰਨੇ ਲਈ ਜੀ, ਭਈ ਉਹਨੂੰ ਬਹੁਤ ਧਿਆਨ ਦੇ ਨਾਲ ਚੁਣਨ ਦੀ ਲੋੜ ਹੁੰਦੀ ਆ ਜੀ। ਬਿਲਕੁਲ। ਹੁਣ ਜਦੋਂ ਇੱਥੇ ਇਹ ਕਹਿੰਦੇ ਆ ਵੀ 10 ਗੁਰੂ ਸਾਹਿਬਾਨ ਦੀ ਬਾਣੀ, ਹੁਣ ਜਿਹਨੂੰ ਥੋੜ੍ਹੀ ਬਹੁਤੀ ਵੀ ਗੁਰ ਇਤਿਹਾਸ ਦੀ ਸਮਝ ਹੈਗੀ ਆ ਜੀ, ਉਹਨੂੰ ਪਤਾ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ 6 ਗੁਰੂ ਪਾਤਸ਼ਾਹੀਆਂ ਦੀ ਬਾਣੀ ਆ, ਪਹਿਲੇ 5 ਤੇ 9ਵੇਂ ਪਾਤਸ਼ਾਹ। ਬਿਲਕੁਲ। ਸੋ ਇਸ ਕਰਕੇ ਵੀ 10 ਗੁਰੂ ਸਾਹਿਬਾਨ ਦੀ ਬਾਣੀ ਜਦੋਂ ਤੁਸੀਂ ਲਿਖ ਦਿੰਦੇ ਆ ਜੀ, ਸੋ ਉਹ ਤੇ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਮਸਲਾ ਜਿਹੜਾ ਆ ਵੀ ਉਹ ਖੜਾ ਕਰ ਦਿੰਦੀ ਆ। ਸੋ ਇਹਦੀ ਬਜਾਏ ਜੇ ਇਹ ਲਿਖ ਦਿੱਤਾ ਗਿਆ ਹੁੰਦਾ ਭਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਲਓ ਜਾਂ ਸਿਰਫ ਗੁਰੂ ਗ੍ਰੰਥ ਸਾਹਿਬ ਲਿਖਿਆ, ਵੈਸੇ ਉਹਨਾਂ ਨੇ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਫਿਰ ਅਤੇ ਇਹ ਨਾਲ ਜੋੜਤਾ 10 ਗੁਰੂ ਸਾਹਿਬਾਨ। ਸੋ ਉਹ ਜੋ ਕੁਛ ਹੈਗਾ ਆ ਵੀ ਮਤਲਬ ਵੀ ਉਹ ਸਿਰਫ ਓਨਾ ਕੁ ਰੱਖਣਾ ਚਾਹੀਦਾ ਵੀ ਜਿਹੜਾ ਭਈ ਕਨਫਿਊਜ਼ਨ ਨਾ ਪੈਦਾ ਕਰੇ, ਕਨਫਿਊਜ਼ਨ ਨੂੰ ਘਟਾਵੇ, ਖਤਮ ਕਰੇ। ਬਿਲਕੁਲ। ਤੇ ਉਹ ਚੀਜ਼ਾਂ ਜਿਹੜੀਆਂ ਇਹ ਚਲੋ ਮਤਲਬ ਇਹ ਆ ਭਈ ਸਾਡੇ ਵਿਚਾਰਨੇ ਵਾਲੀਆਂ ਤੇ ਸੋਧਣੇ ਵਾਲੀਆਂ ਨੇ ਜੀ ਜੀ ਜੀ। ਸੋ ਵੀ ਤਾਂ ਕਿ ਵੀ ਗਾਂਹ ਜਿਹੜੀਆਂ ਅਗਲੀਆਂ ਪੁਸ਼ਤਾਂ ਨੇ ਸਾਡੀਆਂ ਵੀ ਉਹਨਾਂ ਦੇ ਵਿੱਚ ਇਹ ਮਸਲੇ ਜਿਹੜੇ ਆ ਵੀ ਇਹ ਸ਼ੁਰੂ ਹੀ ਨਾ ਹੋਣ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹਦੇ ਨਾਲ ਇੱਕ ਇਹ ਵੀ ਹੋ ਜਾਂਦਾ ਨਾ ਭਾਈ, ਜਦੋਂ ਤੁਸੀਂ ਕਨਫਿਊਜ਼ਡ ਸਟੇਟਮੈਂਟਾਂ ਦੇ ਦਿੰਦੇ ਆ, ਜਦੋਂ ਰਿਕਾਰਡ ਤੇ ਆ ਜਾਂਦੀਆਂ ਆ, ਫਿਰ ਉਹਨਾਂ ਸਟੇਟਮੈਂਟਾਂ ਦੇ ਉੱਤੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਫਿਰ ਸਾਰੀ ਕੌਮ ਦੀ ਜਿਹੜੀ એનર્ਜੀ ਹੈ, ਸਾਰਾ ਕੌਮ ਦਾ ਜਿਹੜਾ ਪੈਸਾ ਆ, ਉਹਨਾਂ ਡਿਬੇਟਾਂ ਦੇ ਉੱਤੇ ਚਲਾ ਜਾਂਦਾ ਹੈਗਾ। ਮਤਲਬ ਇੱਕ ਛੋਟੀ ਜਿਹੀ ਗਲਤੀ ਦੇ ਨਾਲ ਮਤਲਬ ਉਹਦੇ ਨਾਲ ਕਾਫੀ ਕਹਿ ਲਓ ਕਿ ਸਾਰਾ ਕਰਨਾ ਪੈਂਦਾ ਤਾਂ। ਔਰ ਉਹ ਇਹ ਜਿਹੜਾ ਨਾ ਜਦੋਂ ਦੀਆਂ ਛਾਪੇਖਾਨੇ ਵਾਲਾ ਕੰਮ ਸ਼ੁਰੂ ਹੋਇਆ ਆ ਜੀ, ਉਹਦੇ ਵਿੱਚ ਇੱਕ ਮਸਲਾ ਇਹ ਵੀ ਬਣ ਗਿਆ ਆ ਭਈ ਜਦੋਂ ਖਰੜਾ ਤਿਆਰ ਹੋ ਕੇ ਛਪਣ ਲਈ ਜਾਂਦਾ ਆ ਜੀ, ਹੁਣ ਉਹਦੇ ਵਿੱਚ ਵੀ ਜਿਹਨੇ ਆਖਰੀ ਪ੍ਰੂਫ ਰੀਡਿੰਗ ਕੀਤੀ ਜੀ, ਉਹਦੇ ਵਿੱਚ ਜੇ ਉਹਨੇ ਮੰਨ ਲਓ ਵੀ ਇੱਦਾਂ ਲਿਖਿਆ ਗੁਰੂ ਗ੍ਰੰਥ ਸਾਹਿਬ ਸੀਗਾ, ਉਹਨੇ ਛਪਣ ਤੋਂ ਪਹਿਲਾਂ ਜਿਹੜੀ ਇੰਨੀ ਕੁ ਲੈਣ ਆ ਇਹ ਐਡ ਕਰ ਦਿੱਤੀ, ਉਹ ਛਪ ਕੇ ਵੰਡੀ ਜਾਣੀ ਹੈ।
ਉਹਨੂੰ ਬਾਅਦ 'ਚੋਂ ਕਰੈਕਟ ਕਰਨਾ ਅਗਲੇ ਐਡੀਸ਼ਨ 'ਚ ਤੁਸੀਂ ਕਰ ਸਕਦੇ ਆ, ਜੀ। ਪਰ ਉਹ ਜਿਹੜਾ ਆ ਵੀ ਉਹ ਇੱਕ ਵਾਰੀ ਉਹ ਵੰਡਿਆ ਗਿਆ ਛਪ ਬਸ, ਗਿਆ। ਛਪ ਗਿਆ। ਸੋ ਉਹਨੂੰ ਫਿਰ ਗਾਂਹ ਆ ਕੇ ਵੀ ਕਹ ਲਓ ਵੀ 50 ਸਾਲ ਬਾਅਦ 100 ਸਾਲ ਬਾਅਦ ਕਈਆਂ ਨੇ ਕੋਟ ਵੀ ਕਰੀ ਜਾਣਾ ਭਈ ਜੀ ਆਹ ਦੇਖੋ ਆਹ ਲਿਖਿਆ ਸੀ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਹੈ। ਸੋ ਉਹ ਚੀਜ਼ਾਂ ਜਿਹੜੀਆਂ ਵੀ ਬਹੁਤ ਧਿਆਨ ਮੰਗਦੀਆਂ ਸਾਡਾ। ਜ਼ਰੂਰ ਜੀ, ਅੱਗੇ ਪੜ੍ਹੀਏ ਵੀ ਭਾਜੀ। ਹਰੇਕ ਦੀ ਸਿੱਖਿਆ ਤੇ ਸਿਧਾਂਤ 3 ਪੱਖੇ ਹੁੰਦੇ ਹਨ, ਪਰਮਾਤਮਾ ਬਾਰੇ, ਇਨਸਾਨ ਦੀ ਨਿੱਜੀ ਹਸਤੀ ਜਾਂ ਆਪੇ ਬਾਰੇ ਅਤੇ ਸਮਾਜ ਤੇ ਸੰਸਾਰ ਬਾਰੇ। ਤੇ ਹੁਣ ਉਹ ਪਹਿਲਾ ਪੱਖ ਹੈ ਜਿਹੜਾ ਉਹਨੂੰ ਵਿਸਤਾਰ ਨਾਲ ਅੱਗੇ ਲਿਖਦੇ ਹਨ। ਪਰਮਾਤਮਾ ਬਾਰੇ, ਪਰਮਾਤਮਾ ਇੱਕ ਹੈ, ਉਸ ਜਿਹੜਾ ਜਾਂ ਜਿਹਾ ਹੋਰ ਕੋਈ ਨਹੀਂ, ਉਹ ਸਦਾ ਤੋਂ ਕਾਇਮ ਹੈ ਤੇ ਸਦਾ ਹੀ ਕਾਇਮ ਰਹੇਗਾ। ਉਹ ਸੰਸਾਰ ਦਾ ਸਿਰਜਣਹਾਰ ਹੈ, ਉਹ ਨਿਰਭਉ ਨਿਰਵੈਰ ਹੈ, ਉਹ ਸਮੇਂ ਦੇ ਬੰਧਨਾਂ ਅਤੇ ਅਸਰਾਂ ਤੋਂ ਰਹਿਤ ਹੈ। ਸੋ ਮੂਲ ਮੰਤਰ ਜਿਹੜਾ ਵੀ ਉਹ ਐਕਸਪਲੇਨ ਉਹ ਐਕਸਪਲੇਨ ਕਰ ਰਹੇ ਆ। ਉਹ ਸਦਾ ਜਿਉਂ ਦਾ ਤਿਉਂ ਤੇ ਨਵਾਂ ਨਰੋਇਆ ਹੈ, ਉਹ ਜੂਨਾਂ ਵਿੱਚ ਨਹੀਂ ਪੈਂਦਾ, ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਇਸ ਕਰਕੇ ਕੋਈ ਜੀਵ ਜਾਂ ਇਨਸਾਨ ਉਸ ਦਾ ਅਵਤਾਰ ਨਹੀਂ ਹੋ ਸਕਦਾ। ਉਹ ਆਪਣੇ ਆਪ ਵਿੱਚ ਪੂਰਨ ਅਤੇ ਆਪਣੇ ਆਪ ਕਾਇਮ ਹੈ। ਸੱਚੇ ਗੁਰੂ ਦੀ ਮਿਹਰ ਹੋ ਜਾਵੇ ਤਾਂ ਇਨਸਾਨ ਨੂੰ ਉਸ ਦੀ ਪ੍ਰਾਪਤੀ ਜਾਂ ਉਸ ਨਾਲ ਮੇਲ ਹੋ ਜਾਂਦਾ ਹੈ। ਪਰਮਾਤਮਾ ਆਪਣੀ ਰਚਨਾ ਵਿੱਚ ਵਿਆਪਕ ਵੀ ਹੈ ਅਤੇ ਉਸ ਤੋਂ ਉਤਾਹਾਂ ਤੇ ਵੱਖਰਾ ਜਾਂ ਅਲੇਪ ਵੀ ਹੈ। ਉਹ ਸਰਬ ਸ਼ਕਤੀਮਾਨ ਤੇ ਸਰਬ ਕਲਾ ਭਰਪੂਰ ਹੈ। ਉਹ ਹਾਜ਼ਰਾ ਹਜ਼ੂਰ ਅਤੇ ਜ਼ਹਾਰਾ ਜ਼ਹੂਰ ਹੈ। ਉਹ ਇਨਸਾਨ ਦੇ ਹਰ ਖਿਆਲ ਤੇ ਫੁਰਨੇ ਅਤੇ ਹਰੇਕ ਗੁੱਜੇ ਤੋਂ ਗੁੱਜੇ ਕੰਮ ਨੂੰ ਜਾਣਦਾ ਵੇਖਦਾ ਹੈ। ਪੁੰਨ ਅਰਥਾਤ ਚੰਗੇ ਨੇਕ ਤੇ ਸੱਚੇ ਸੁੱਚੇ ਕੰਮ ਕਰਨ ਵਾਲਿਆਂ ਉੱਤੇ ਉਹ ਖੁਸ਼ ਹੁੰਦਾ ਹੈ ਅਤੇ ਪਾਪ ਜਾਂ ਮੰਦੇ ਕੰਮ ਕਰਨ ਵਾਲਿਆਂ ਉੱਤੇ ਉਹ ਕਰੋਪ ਹੁੰਦਾ ਹੈ। ਪਰ ਉਹ ਬਖਸ਼ਣਹਾਰ ਵੀ ਹੈ। ਪਾਪ ਕਰ ਬਹਿਣ ਮਗਰੋਂ ਜੇ ਕੋਈ ਇਨਸਾਨ ਸੱਚੇ ਦਿਲੋਂ ਪਛਤਾਵਾ ਕਰੇ, ਮਾਫੀ ਮੰਗੇ ਤਾਂ ਅਗਾਂਹ ਲਈ ਪਾਪਾਂ ਤੋਂ ਬਚਣ ਦਾ ਪ੍ਰਣ ਧਾਰ ਲਵੇ ਤਾਂ ਉਹ ਪਿਛਲੇ ਔਗੁਣ ਬਖਸ਼ ਦਿੰਦਾ ਹੈ ਅਤੇ ਅਗਾਂਹ ਨੂੰ ਠੀਕ ਰਾਹੇ ਪਾਉਂਦਾ ਹੈ। ਉਹ ਸੱਚੇ ਦਿਲੋਂ ਕੀਤੀ ਅਰਦਾਸ ਮੰਨਦਾ ਹੈ ਅਤੇ ਭਗਤਾਂ ਦੇ ਧਰਮੀ ਬੰਦਿਆਂ ਦੀ ਪੈਜ ਰੱਖਦਾ ਤੇ ਉਹਨਾਂ ਦੇ ਕੰਮ ਸਵਾਰਦਾ ਹੈ। ਹੁਣ ਇਹ ਜਿੰਨੀ ਸ਼ਬਦਾਵਲੀ ਹੈ ਨਾ, ਇਹ ਸਾਰੀ ਦੀ ਸਾਰੀ ਬਹੁਤ ਮਸਲੇ ਖੜੇ ਕਰਦੀ ਆ ਵੀ ਬਜਾਏ ਕਹਿ ਲਓ ਵੀ ਸਿੱਖ ਧਰਮ, ਸਿੱਖ ਫਿਲਾਸਫੀ ਤੇ ਸਿੱਖ ਜਿਹੜਾ ਨਜ਼ਰੀਆ ਆ ਦੁਨੀਆ ਨੂੰ ਦੇਖਣੇ ਦੀ ਨਜ਼ਰ ਜਿਹੜੀ ਆ ਜੀ ਵੀ ਉਹਨੂੰ ਬਜਾਏ ਐਕਸਪਲੇਨ ਕਰਨੇ ਤੇ ਇਹ ਟੋਟਲੀ ਕਨਫਿਊਜ਼ ਕਰ ਰਹੀ ਹੈ। ਵੀ ਜਿੱਦਾਂ ਇਹ ਕਹਿਣਾ ਵੀ ਇਹ ਵੀ ਜਿਹੜਾ ਤੁਸੀਂ ਕੀ ਪੜ੍ਹਿਆ ਆ ਹੁਣੇ ਵੀ ਸੱਚੇ ਸੁੱਚੇ ਕੰਮ ਕਰਨ ਵਾਲਿਆਂ ਤੇ ਉਹ ਖੁਸ਼ ਹੁੰਦਾ ਹੈ। ਪੁੰਨ ਅਰਥਾਤ ਚੰਗੇ ਨੇਕ ਤੇ ਸੱਚੇ ਸੁੱਚੇ ਕੰਮ ਕਰਨ ਵਾਲਿਆਂ ਉੱਤੇ ਉਹ ਖੁਸ਼ ਹੁੰਦਾ ਹੈ ਅਤੇ ਪਾਪ ਜਾਂ ਮੰਦੇ ਕੰਮ ਕਰਨ ਵਾਲਿਆਂ ਉੱਤੇ ਉਹ ਕਰੋਪ ਹੁੰਦਾ ਹੈ ਜੀ। ਪਰ ਉਹ ਬਖਸ਼ਣਹਾਰ ਵੀ ਹੈ। ਪਾਪ ਕਰ ਬਹਿਣ ਮਗਰੋਂ ਜੇ ਕੋਈ ਇਨਸਾਨ ਸੱਚੇ ਦਿਲੋਂ ਪਛਤਾਵਾ ਕਰੇ, ਮਾਫੀ ਮੰਗੇ ਤੇ ਅਗਾਂਹ ਲਈ ਪਾਪਾਂ ਤੋਂ ਬਚਣ ਦਾ ਪ੍ਰਣ ਧਾਰ ਲਵੇ ਤਾਂ ਉਹ ਪਿਛਲੇ ਔਗੁਣ ਬਖਸ਼ ਦਿੰਦਾ ਹੈ। ਹੁਣ ਇਹ ਇਸ ਹਿਸਾਬ ਨਾਲ ਪੇਸ਼ ਕੀਤਾ ਜਾ ਰਿਹਾ ਵੀ ਜਿਹੜਾ ਸਿੱਖੀ ਦਾ ਰੱਬ ਆ ਉਹ ਦੂਰ ਕਿਤੇ ਬੈਠਾ ਹੋਇਆ, ਉਹ ਸਾਰਿਆਂ ਦੇ ਜਿਹੜੇ ਆ ਵੀ ਇੱਦਾਂ ਜਜਮੈਂਟ ਜਿਹੜੀ ਆ ਵੀ ਉਹ ਕਰ ਰਿਹਾ। ਜਦ ਕਿ ਜਦੋਂ ਤੁਸੀਂ ਨਾ ਇਹਦੇ ਵਿੱਚ ਗੁਰਬਾਣੀ ਦਾ ਇੱਕ ਸਿਰਫ ਸਿਧਾਂਤ ਜਿਹੜਾ ਆ ਵੀ ਉਹਨੂੰ ਤੁਸੀਂ ਲੈ ਆਉਂਦੇ ਆ ਵੀ ਜਿਹਾ ਬੀਜਿਆ ਸੋ ਲੈਣਾ, ਵੀ ਜੋ ਤੁਸੀਂ ਬੀਜਿਆ ਆ ਉਹੀ ਤੁਸੀਂ ਕੱਟਣਾ ਆ। ਸੋ ਉਹਦੇ ਵਿੱਚ ਭਈ ਉਹ ਰੱਬ ਦੀ ਜਿਹੜੀ ਆ ਭਈ ਤੁਹਾਨੂੰ ਬਹਿ ਕੇ ਜੱਜ ਕਰਨੇ ਦਾ ਜਿਹੜਾ ਆ ਉਹ ਸਿਸਟਮ ਇੱਦਾਂ ਨਹੀਂ ਚੱਲਦਾ ਜਿੱਦਾਂ ਇਹਨਾਂ ਨੇ ਲਿਖਿਆ ਆ। ਉਹ ਸਿਸਟਮ ਉਸ ਹਿਸਾਬ ਨਾਲ ਫਿਰ ਤੁਹਾਨੂੰ ਸਮਝ ਆ ਜਾਣਾ ਭਈ ਜਿਹੜੇ ਮੇਰੇ ਕਰਮ ਹੈਗੇ ਆ ਉਹ ਜਿੱਦਾਂ ਜੇ ਮੈਂ ਚੰਗੇ ਕਰਮ ਕਰੂੰਗਾ ਤੇ ਉਹਨਾਂ ਦੇ ਨਤੀਜੇ ਜਿਹੜੇ ਆ ਵੀ ਉਹ ਚੰਗੇ ਹੋਣੇ ਆ, ਤੇ ਜੇ ਮੈਂ ਮਾੜੇ ਕਰਮ ਕਰੂੰਗਾ ਤੇ ਉਹਨਾਂ ਦੇ ਨਤੀਜੇ ਮਾੜੇ ਹੋਣੇ ਆ। ਜੇ ਮੈਂ ਸਮਝ ਜਾਵਾਂ ਵੀ ਮੈਂ ਗਲਤੀ ਕਿੱਥੇ ਕੀਤੀ ਆ ਤੇ ਉਹ ਗਲਤੀ ਨੂੰ ਸੁਧਾਰ ਲਵਾਂ ਤੇ ਫਿਰ ਉਹ ਗਲਤੀ ਦੇ ਜਿਹੜੇ ਮਾੜੇ ਇਫੈਕਟ ਆ, ਨਤੀਜੇ ਜਿਹੜੇ ਆ ਵੀ ਉਹਨਾਂ ਨੂੰ ਐਡਰੈਸ ਕਰਾਂ ਤੇ ਉਹ ਆ ਤਰੀਕਾ ਸਿੱਖ ਦਾ ਜੀਵਨ ਜੀਣੇ ਦਾ। ਇਹ ਨਹੀਂਗਾ ਭਈ ਇਹ ਭਈ ਜਾ ਕੇ ਤੇ ਮੈਂ ਆਪਣੇ ਭੁੱਲ ਬਖਸ਼ਾ ਲਵਾਂ, ਭਈ ਗੁਰਦੁਆਰੇ ਮੱਥਾ ਟੇਕ ਦੇਵਾਂ ਜਾਂ 51 ਰੁਪਏ ਦਾ ਪ੍ਰਸ਼ਾਦ ਕਰਾ ਦੇਵਾਂ ਤੇ ਉਹ ਤੋਂ ਬਾਅਦ ਮੈਂ ਕਹਾਂ ਵੀ ਲੈ ਵੀ ਵਾਹਿਗੁਰੂ ਵੀ ਮੈਂ ਆਪਣੀ ਭੁੱਲ ਸਮਝ ਕੇ ਬਖਸ਼ਾ ਲਈ ਆ ਤੇਰੇ ਤੋਂ, ਹੁਣ ਤੂੰ ਮੈਨੂੰ ਬਖਸ਼ ਦੇ। ਤੇ ਉਹ ਨਹੀਂਗਾ ਸਿਸਟਮ ਜਿਹੜਾ ਚੱਲਦਾ। ਬਖਸ਼ਣਾ ਮਤਲਬ ਇਹ ਹੁਣ ਥੋੜਾ ਜਿਹਾ ਸ਼ਬਦਾਵਲੀ ਦੇ ਵਿੱਚ ਜੋ ਸਮਝਣ ਦੇ ਵਿੱਚ ਫਰਕ ਪੈ ਜਾਂਦਾ ਹੈ ਨਾ। ਹੁਣ ਬਖਸ਼ਣਾ ਤੁਸੀਂ ਆਪਣੇ ਆਪ ਨੂੰ ਆਪ ਹੀ ਹੈ ਬਿਲਕੁਲ। ਮਤਲਬ ਜਿਹੜਾ ਤੁਸੀਂ ਸਮਝ ਜਿਹੜਾ ਬਖਸ਼ਣਾ ਕਹਿ ਲਓ ਜਾਂ ਸਮਝਣਾ ਕਹਿ ਲਓ, ਜੇ ਤੁਸੀਂ ਗਲਤ ਰਾਹੇ ਤੁਰ ਪਏ ਆ, ਜੇ ਤੁਹਾਨੂੰ ਕਿਸੇ ਪੁਆਇੰਟ ਤੇ ਜਾ ਕੇ ਸੋਝੀ ਆ ਗਈ ਹੈ ਨਹੀਂ ਭਾਈ ਇਹ ਰਾਹ ਗਲਤ ਆ, ਮੈਨੂੰ ਠੀਕ ਰਾਹ ਤੇ ਤੁਰਨਾ ਆ, ਹਾਂ ਤੁਸੀਂ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਉਸ ਚੀਜ਼ ਦਾ ਪਛਤਾਵਾ ਕਰਕੇ ਗਾਹਾਂ ਤੋਂ ਚੰਗੇ ਰਾਹ ਤੇ ਤੁਰਨ ਦੀ ਪ੍ਰਣ ਧਾਰ ਲਵੋ। ਉਹ ਚੀਜ਼ ਨੂੰ ਤੁਸੀਂ ਕਹਿ ਸਕਦੇ ਹੈਲਪਫੁਲ ਹੋ ਜਾਊਗਾ ਕਿ ਗਾਹਾਂ ਤੋਂ ਗੁਰੂ ਸਾਹਿਬ ਮੈਨੂੰ ਸੋਝੀ ਬਖਸ਼ੇ ਹੋਏ
ਨਾ ਜੀ। ਅਰਦਾਸ ਕਰਕੇ ਤੇ ਨਾਲ ਅਰਦਾਸ ਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਪ੍ਰਕਾਸ਼ ਕਰਕੇ ਜਾਂ ਉਹਦੀ ਸਟੱਡੀ ਕਰਨੀ ਸ਼ੁਰੂ ਕਰ ਦਿਓ ਤਾਂ ਕਿ ਜਿਹੜੇ ਸੋਝੀ ਦੇ ਜਿਹੜੇ ਚੰਗੇ ਗਿਆਨ ਹੈ ਉਹ ਤੁਹਾਨੂੰ ਆਉਣ ਲੱਗ ਜਾਵੇ। ਮਤਲਬ ਇਹ ਵੀ ਆ ਦੂਜੀ ਗੱਲ ਭਈ ਜਦੋਂ ਅਸੀਂ ਕਹਿੰਦੇ ਆ ਨਾ ਵੀ ਵਾਹਿਗੁਰੂ ਦੀ ਮਿਹਰ ਦੇ ਨਾਲ ਵੀ ਸਭ ਕੁਝ ਹੋਇਆ ਜੀ, ਉਹ ਜਿਹੜਾ ਆ ਵੀ ਉਹ ਇੱਕ ਤੇ ਇਹ ਦੱਸਦਾ ਆ ਭਈ ਜੇ ਮੈਨੂੰ ਸੋਝੀ ਆਈ ਤੇ ਉਹ ਵਾਹਿਗੁਰੂ ਦੀ ਮਿਹਰ ਹੋਈ ਤੇ ਮੈਨੂੰ ਸੋਝੀ ਆਈ ਕਿ ਮੈਂ ਕੁਝ ਗਲਤ ਕਰ ਰਿਹਾ। ਕਿਉਂਕਿ ਜੇ ਮੈਂ ਪਹਿਲਾਂ ਗਲਤ ਕਰ ਰਿਹਾ ਸੀਗਾ ਉਦੋਂ ਮੈਨੂੰ ਸੋਝੀ ਹੈ ਨਹੀਂ ਸੀ ਜੀ। ਸੋ ਜੇ ਮੈਨੂੰ ਸਮਝ ਲੱਗੀ ਆ ਉਹ ਪੁਆਇੰਟ ਜਿਸ ਪੁਆਇੰਟ ਤੇ ਸਮਝ ਲੱਗ ਗਈ ਵਾਹਿਗੁਰੂ ਦੀ ਮਿਹਰ ਤੋਂ ਬਿਨਾ ਸੰਭਵ ਨਹੀਂਗਾ। ਸੋ ਉਹ ਚੀਜ਼ ਤੇ ਅਸੀਂ ਥੈਂਕਫੁਲਨੈਸ ਜਿਹੜੀ ਆ ਭਈ ਜਿਹੜਾ ਸ਼ੁਕਰਾਨਾ ਆ ਜੀ ਉਹ ਇਸ ਲਈ ਵੀ ਕਰੀਦਾ ਆ ਵੀ ਮਨ ਦੇ ਵਿੱਚ ਹਉਮੈ ਨਾ ਪੈਦਾ ਹੋ ਜਾਵੇ। ਸਹੀ, ਮੈਂ ਵੀ ਕਹਿਣ ਲੱਗਾ ਭਈ ਇਸ ਕਰਕੇ ਭਈ ਜੇ ਕੋਈ ਸ਼ਰਾਬੀ ਜਿਹੜਾ ਆ ਵੀ ਉਹ ਸ਼ਰਾਬ ਛੱਡ ਦਿੰਦਾ ਆ ਜੀ ਤੇ ਫਿਰ ਜਿਹੜੇ ਹੋਰ ਸ਼ਰਾਬ ਪੀਣੇ ਵਾਲੇ ਆ ਉਹਨਾਂ ਨੂੰ ਕਹਿਣ ਲੱਗ ਪੈਂਦਾ ਵੀ ਹੱਦ ਹੋ ਗਈ ਤੁਸੀਂ ਐਡੇ ਨਿਕੰਮੇ ਆ ਭਈ ਇਹ ਲੈ ਮੈਂ ਪੀਂਦਾ ਸੀ ਮੈਂ ਛੱਡ ਦਿੱਤੀ। ਸੋ ਉਹ ਜਿਹੜੀ ਹਉਮੈ ਆ ਉਹਨੇ ਨੁਕਸਾਨ ਅੱਗੇ ਹੋਰ ਕਰਨਾ, ਉਹਨੇ ਤੁਹਾਡੇ ਤੋਂ ਹੋਰ ਕਈ ਮਾੜੇ ਕੰਮ ਕਰਾ ਦੇਣੇ, ਇੱਕ ਛਡਵਾ ਦੇਣਾ 10 ਹੋਰ ਮਾੜੇ ਕਰਵਾ ਦੇਣੇ। ਪਰ ਜਦੋਂ ਤੁਸੀਂ ਇਹ ਰੀਅਲਾਈਜ਼ ਕਰ ਲਿਆ ਕਿ ਭਾਈ ਭਈ ਜੇ ਮੈਂ 10 ਸਾਲ ਸ਼ਰਾਬ ਪੀਂਦਾ ਰਿਹਾ ਆ ਤੇ ਉਦੋਂ ਜਿਹੜੀ ਮੈਨੂੰ ਸੋਝੀ ਹੈ ਨਹੀਂ ਸੀਗੀ 10 ਸਾਲਾਂ ਬਾਅਦ ਇੱਕ ਪੁਆਇੰਟ ਤੇ ਆ ਕੇ ਮੈਨੂੰ ਸਮਝ ਲੱਗ ਗਈ ਤੇ ਮੇਰੇ ਅੰਦਰ ਜੇ ਤਾਕਤ ਪੈਦਾ ਹੋਈ ਆ ਜਿਹਦੇ ਕਰਕੇ ਮੈਂ ਛੱਡਣ ਦੇ ਕਾਬਲ ਹੋਇਆ ਆ ਤੇ ਉਹਦਾ ਸ਼ੁਕਰਾਨਾ ਮੈਂ ਵਾਹਿਗੁਰੂ ਨੂੰ ਕਰਾਂ ਵੀ ਵਾਹਿਗੁਰੂ ਵੀ ਤੂੰ ਮੈਨੂੰ ਤਾਕਤ ਦਿੱਤੀ, ਤੂੰ ਮੈਨੂੰ ਸੋਝੀ ਦਿੱਤੀ ਜਿਹਦੇ ਕਰਕੇ ਵੀ ਮੇਰਾ ਜੀਵਨ ਜਿਹੜਾ ਆ ਵੀ ਉਹ ਬਦਲਿਆ। ਹੁਣ ਉਹ ਸ਼ੁਕਰਾਨਾ ਜਿਹੜਾ ਆ ਵੀ ਉਹ ਨਾਲ ਦੂਜਿਆਂ ਦੇ ਉੱਤੇ ਜੱਜ ਬਣਨੇ ਤੋਂ ਵੀ ਤੁਹਾਨੂੰ ਰੋਕਦਾ। ਨਹੀਂ ਭਾਈ, ਜਿੰਨੇ ਵੀ ਸਿੱਖੀ ਦੇ ਜਿਹੜੇ ਕਨਸੈਪਟ ਆ ਨਾ, ਜੇ ਛੋਟੇ ਆ ਚਾਹੇ ਵੱਡੇ ਦੀ, ਤਾਂ ਹੋਣਾ ਸ਼ੁਕਰਾਨੇ ਵਾਲਾ ਵੀ ਇੰਨਾ ਪਿਆਰਾ ਕਨਸੈਪਟ ਹੈਗਾ ਆ। ਹੁਣ ਜਿਹੜੇ ਸਪੈਸ਼ਲੀ ਜਿਹੜੇ ਸਾਈਕੋਲੋਜਿਸਟਾਂ ਕੋਲ ਜਾਂਦੇ ਉਹਨਾਂ ਨੂੰ ਤਾਂ ਪਤਾ ਹੋਣਾ ਆ ਕਿ ਕਿਉਂਕਿ ਸਾਈਕੋਲੋਜਿਸਟ ਵੀ ਭਾਜੀ ਤੁਹਾਨੂੰ ਕਹਿੰਦੇ ਆ ਜਦੋਂ ਤੁਸੀਂ ਬੱਚੇ ਨਾਲ ਵੀ ਗੱਲ ਕਰਨੀ ਹੈ ਨਾ, ਤੁਹਾਡੇ ਜਿਹੜੇ ਸ਼ਬਦ ਆ, ਤੁਹਾਡੇ ਵਰਡਸ ਆ ਪੋਜ਼ਿਟਿਵ ਹੋਣੇ ਚਾਹੀਦੇ ਆ ਤੇ ਬੜੇ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਡਿਲੀਵਰ ਕਰਨਾ ਆ ਤਾਂ ਕਿ ਬੱਚੇ ਦੇ ਦਿਮਾਗ ਤੇ ਗਲਤ ਅਸਰ ਨਾ ਪਵੇ। ਇੱਦਾਂ ਹੀ ਹੁਣ ਗੁਰੂ ਸਾਹਿਬ ਨੇ ਇੱਦਾਂ ਦੇ ਕਨਸੈਪਟ ਸਾਨੂੰ ਦਿੱਤੇ ਹੈ ਕਿ ਸ਼ੁਕਰਾਨੇ ਵਜੋਂ ਅਰਦਾਸ ਕਰਨਾ ਕਿ ਚਲੋ ਹੁਣ ਤਾਂ ਇੱਥੇ ਮਤਲਬ ਤੁਸੀਂ ਕੋਈ ਘਰ ਲੈ ਲਿਆ ਜਾਂ ਤੁਸੀਂ ਕੋਈ ਦੁਨਿਆਵੀ ਚੀਜ਼ ਲੈ ਲਈ ਹੈ, ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਭਾਈ ਸਾਡੀ ਕਿੱਥੇ ਇੰਨੀ ਹੈਗੀ ਸੀਗੀ ਤੇ ਸਾਡੀ ਹੈਸੀਅਤ ਵਾਹਿਗੁਰੂ ਦੀ ਕਿਰਪਾ ਹੋਈ। ਕਹਿਣ ਦਾ ਭਾਵ ਹੈ ਕਿ ਸ਼ੁਕਰਾਨੇ ਵਜੋਂ ਅਰਦਾਸ ਕਰਨਾ। ਹੁਣ ਇਹਨਾਂ ਕਨਸੈਪਟਾਂ ਦੇ ਉੱਤੇ ਵੀ ਸੱਟ ਮਾਰੀ ਜਾ ਰਹੀ ਹੈ ਕਿ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ। ਜੇ ਤੁਸੀਂ ਗੱਡੀ ਆਪ ਲਈ ਕਹੋ ਮੈਂ ਲਿੱਤੀ ਹੈ, ਮੇਰੇ ਪੈਸੇ ਨਾਲ ਲਈ ਆ, ਕੋਈ ਰੱਬ ਦਾ ਹੱਥ ਨਹੀਂ ਹੈਗਾ ਜਾਂ ਕਿਸੇ ਦੀ ਕਿਰਪਾ ਨਹੀਂ ਹੋਈ। ਮਤਲਬ ਕਹਿਣ ਦਾ ਭਾਵ ਹੈ ਕਿ ਮਤਲਬ ਇੰਨੇ ਪਿਆਰੇ ਕਨਸੈਪਟ ਹੈਗੇ ਆ, ਜਦੋਂ ਤੁਸੀਂ ਜ਼ਿੰਦਗੀ 'ਚ ਅਪਣਾ ਲੈਂਦੇ ਆ ਨਾ, ਜ਼ਿੰਦਗੀ ਤੁਹਾਡੀ ਇੱਕ ਪੋਜ਼ਿਟਿਵ ਬਣ ਜਾਂਦੀ ਭਾਈ, ਤੁਹਾਨੂੰ ਸਾਰੇ ਪਾਸੇ ਵਧੀਆ ਲੱਗਦਾ ਹੈ। ਲੇਕਿਨ ਉਹ ਹਰ ਇੱਕ ਚੀਜ਼ ਤੇ ਹਮਲਾ ਕੀਤਾ ਜਾ ਰਿਹਾ ਹੈ। ਤੇ ਖੈਰ ਮੁੜ ਕੇ ਵਿਸ਼ੇ ਵੱਲ ਆਈਏ ਤੇ ਉਹ ਥੋੜਾ ਜਿਹਾ ਇਹਨਾਂ ਦਾ ਸ਼ਬਦਾਵਲੀ ਦਾ ਹੈਗਾ ਆ, ਇਹਨਾਂ ਨੂੰ ਸੋਧਿਆ ਵੀ ਜਾ ਸਕਦਾ ਹੈ ਗਾਣਾ ਦੇ ਐਡੀਸ਼ਨਾਂ ਦੇ ਵਿੱਚ ਕਿ ਕਿਹੜੇ ਹਿਸਾਬ ਨਾਲ ਡਿਲੀਵਰ ਪਰ ਇਹ ਮਸਲੇ ਅਸਲ 'ਚ ਡਿਸਕਸ ਕਰਨੇ ਜ਼ਰੂਰੀ ਵੀ ਆ, ਕਿਉਂਕਿ ਜਦੋਂ ਜਿੱਦਾਂ ਆਪਾਂ ਪੜ੍ਹਦੇ ਆ ਉਦਾਂ ਹੀ ਆਪਾਂ ਅੱਗੇ ਰਿਪੀਟ ਕਰ ਦਈਦਾ ਜੀ। ਸੋ ਇਸ ਕਰਕੇ ਵੀ ਜਿਨ੍ਹਾਂ ਨੇ ਇਹ ਕਿਤਾਬਾਂ ਪੜ੍ਹੀਆਂ ਨੇ ਹੁਣ ਉਹ ਆਪਣੇ ਆਪ ਦੇ ਵਿੱਚ ਇੱਕ ਮਸਲਾ ਪੈ ਜਾਂਦਾ ਵੀ ਜਿਹੜੀਆਂ ਨਾ ਵੀ ਆਪਾਂ ਕਹਿੰਦੀਆਂ ਵੀ ਸਿੱਖਾਂ ਦੀਆਂ ਆਪਸ ਦੇ ਵਿੱਚ ਲੜਾਈਆਂ ਹੋਣ ਦਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸ਼ਬਦਾਵਲੀ ਵਰਤੀ ਗਈ ਆ ਸਿੱਖਾਂ ਨੂੰ ਸਿੱਖੀ ਬਾਰੇ ਦੱਸਣੇ ਲਈ ਵੀ ਉਹ ਆਪਣੇ ਆਪ 'ਚ ਹੀ ਇੱਕ ਮਸਲਾ ਆ ਵੀ ਜੇ ਆਪਾਂ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੁੰਦੇ, ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਆ ਵੀ ਬਾਣੀ ਪੜ੍ਹ ਕੇ ਉਹਨੂੰ ਆਪ ਸਮਝਿਆ ਹੁੰਦਾ ਤੇ ਫਿਰ ਜਿਹੜੀਆਂ ਇਹ ਲੜਾਈਆਂ ਆ ਵੀ ਇਹ ਉੱਦਾਂ ਹੀ ਘਟ ਜਾਣੀਆਂ ਸੀ। ਜਦੋਂ ਆਪਾਂ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਆ ਵੀ ਵਿਚੋਲੇ ਪਾ ਲੈਂਦੇ ਆ ਤੇ ਉਹ ਹਰੇਕ ਵਿਚੋਲਾ ਜਿਹੜਾ ਆ ਵੀ ਜਾਂ ਹਰੇਕ ਇੰਟਰਪ੍ਰੈਟਰ ਜਿਹੜਾ ਆ ਉਹ ਆਪਣੀ ਮੱਤ ਦੇ ਮੁਤਾਬਕ ਆਪਣੀ ਉਹ ਸ਼ਬਦਾਵਲੀ ਚੂਜ਼ ਕਰਦਾ ਆ ਤੇ ਉਹ ਤੁਹਾਨੂੰ ਸਮਝਾਉਣੇ ਲਈ ਵੀ ਉਹ ਵਰਤਦਾ ਆ ਤੇ ਉਹਦੇ ਵਿੱਚੋਂ ਮਸਲੇ ਜਿਹੜੇ ਆ ਬਹੁਤ ਪੈਦਾ ਹੋ ਰਹੇ। ਸੋ ਇਸ ਕਰਕੇ ਭਈ ਇੱਕ ਜਿਹੜਾ ਕਹਿ ਲਓ ਵੀ ਸਾਡੀ ਕੌਮ ਨੂੰ ਕੰਮ ਕਰਨੇ ਦੀ ਲੋੜ ਆ ਨਾ ਵੀ ਇੱਕ ਜਿਹੜਾ ਹੈਗਾ ਨਾ ਸਿਸਟਮ ਉਹ ਕਾਇਮ ਕਰੀਏ ਵੀ ਜਿਹਦੇ ਵਿੱਚ ਜਦੋਂ ਬੰਦਾ ਉਸ ਸਿਸਟਮ ਦੇ ਵਿੱਚੋਂ ਨਿਕਲ ਕੇ ਤੇ ਸ਼ਬਦਾਵਲੀ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਭਈ ਉਹਦੇ ਵਿੱਚ ਵੀ ਇੱਕ ਪੱਧਰ ਜਿਹੜਾ ਆ ਵੀ ਉੱਤੇ ਅੱਪੜ ਜਾਂਦਾ ਹੈ। ਸੋ ਉਹ ਤੋਂ ਬਾਅਦ ਉਹਨੂੰ ਹੱਕ ਹੋਵੇ ਸਾਰੀ ਕੌਮ ਨੂੰ ਐਡਰੈਸ ਕਰਨੇ ਦਾ। ਜੇ ਹਰੇਕ ਜਣਾ ਖਣਾ ਉੱਠ ਕੇ ਚੱਕ ਕੇ ਦੇਖੇ ਭਈ ਜਿਹਨੇ ਕਿਸੇ ਨੇ ਜਪਜੀ ਸਾਹਿਬ ਦੀਆਂ 10 ਪੌੜੀਆਂ ਪੜ੍ਹ ਲਈਆਂ ਉਹ ਵੀ ਸਿੱਖਿਆ ਦੇਣ ਤੁਰ ਪੈਂਦਾ ਆ। ਜੇ ਕੱਲ੍ਹ ਕੋਈ ਮੂਨਾ ਸੀਗਾ ਅੱਜ ਕੇਸ ਰੱਖ ਲਏ ਉਹ ਵੀ ਸਿੱਖਿਆ ਦੇਣ ਤੁਰ ਪੈਂਦਾ ਆ। ਤੇ ਜੇ ਕਿਸੇ ਨੇ ਕਿਸੇ ਚਾਤਰ ਨੇ
ਚਲਾਕ ਬੰਦੇ ਨੇ ਚੱਕ ਕੇ ਤੇ ਹਵਾ ਦੇ ਕੇ ਗਾਂਹ ਕਰ ਦਿੱਤਾ ਵੀ ਲੈ ਵੀ ਤੂੰ ਤਾਂ ਗੱਲ ਹੀ ਬਹੁਤ ਸਿਆਣੀ ਕਰਦਾ ਹੈ, ਉਹ ਹਵਾ ਦੇ ਵਿੱਚ ਪਹੁੰਚ ਕੇ ਤੇ ਉਹ ਇਦਾਂ ਸਮਝਣ ਲੱਗ ਪੈਂਦਾ ਵੀ ਬੰਦਾ ਵੀ ਮੇਰੇ ਤੋਂ ਸਿਆਣਾ ਹੈ ਹੀ ਕੋਈ ਨਹੀਂ। ਨਹੀਂ ਅੱਛਾ ਚਲੋ ਇਹ ਵੀ ਇੱਕ ਪੁਆਇੰਟ ਜੇ ਆਪਾਂ ਐਕਸੈਪਟ ਕਰ ਵੀ ਲਈਏ ਇਹਨਾਂ ਨੂੰ ਤੇ ਲੇਕਿਨ ਜਿਹੜਾ ਸੈਕਿੰਡ ਸਟੇਜ ਆ ਫਿਰ ਤੁਸੀਂ ਜਵਾਬ ਦੇ ਤਾਂ ਹੋਵੋ ਕੌਣ ਨੂੰ? ਬਿਲਕੁਲ ਤੁਹਾਨੂੰ ਜਦੋਂ ਕੁਐਸਚਨ ਕੀਤੇ ਜਾਣ ਤੁਸੀਂ ਫਿਰ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਫਿਰ ਤਾਂ ਗੱਲ ਗਲਤ ਆ ਨਾ, ਫਿਰ ਤਾਂ ਜਮੇ ਗਲਤ ਆ, ਸਾਰਾ ਕੁਝ ਹੀ ਗਲਤ ਆ ਜੀ। ਪਰ ਉਹ ਵੀ ਜਿਹੜਾ ਹੈਗਾ ਨਾ ਵੀ ਜੇ ਆਪਾਂ ਕਹਿੰਦੇ ਆ ਵੀ ਹਰੇਕ ਬੰਦੇ ਨੂੰ ਸਵਾਲ ਕਰਨੇ ਦਾ ਵੀ ਹੱਕ ਹੋਣਾ ਚਾਹੀਦਾ ਹੈ ਜੀ, ਉਹ ਲੜਾਈਆਂ ਹੀ ਪਾਉਂਦਾ। ਬਿਲਕੁਲ। ਕਿਉਂਕਿ ਜੇ ਹੁਣ ਮਤਲਬ ਇਹਦੀ ਇੱਕ ਸਿੰਪਲ ਜੀ ਉਦਾਹਰਨ ਆ ਵੀ ਦੁਨੀਆ ਦੇ ਵਿੱਚ ਉਹ ਵੀ ਬੰਦੇ ਹੈਗੇ ਆ ਜੀ ਜਿਹੜੇ ਕਹਿੰਦੇ ਆ ਵੀ ਧਰਤੀ ਚਾਪਟੀ ਆ ਜੀ, ਬਿਲਕੁਲ। ਜਦੋਂ ਤੁਸੀਂ ਉਹਨਾਂ ਬੰਦਿਆਂ ਨੂੰ ਸਵਾਲ ਕਰਨੇ ਦਾ ਹੱਕ ਦਿੰਨੇ ਆ ਤੇ ਉਹ ਕਲਾਸ ਦੇ ਵਿੱਚ ਖੜੇ ਹੋ ਕੇ ਕਹਿਣ ਵੀ ਇਹ ਜੀ ਮੈਨੂੰ ਕਨਵਿੰਸ ਕਰੋ ਵੀ ਧਰਤੀ ਚਾਪਟੀ ਆ, ਨਹੀਂ ਹੈਗੀ, ਗੋਲ ਆ, ਉਹਦੇ ਲਈ ਉਹ ਸਵਾਲ ਦਾ ਜਿਹੜਾ ਜਵਾਬ ਆ ਨਾ ਉਹਨੂੰ ਸਮਝਣੇ ਲਈ ਵੀ ਇੱਕ ਪੱਧਰ ਦੀ ਲੋੜ ਆ, ਨੌਲੇਜ ਦਾ, ਗਿਆਨ ਦਾ ਪੱਧਰ, ਵੀ ਜਿਹਦੇ ਵਿੱਚੋਂ ਤੁਹਾਨੂੰ ਇਹ ਪਤਾ ਲੱਗਣਾ ਵੀ ਹਾਂ ਬਈ ਵੀ ਠੀਕ ਆ ਵਾਕਈ ਧਰਤੀ ਜਿਹੜੀ ਆ ਵੀ ਉਹ ਗੋਲ ਆ, ਚਾਪਟੀ ਨਹੀਂ ਗੀ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਤਾਂ ਕਰਕੇ ਗਿਆਨ ਦਾ ਪੱਧਰ ਇੱਕ ਜਿਹੜਾ ਨਾ ਵੀ ਉਹ ਮਿਥਣਾ ਸਾਡੇ ਲਈ ਜ਼ਰੂਰੀ ਹੈਗਾ। ਨਹੀਂ ਸਹੀ ਗੱਲ ਹੈ, ਕਿਉਂਕਿ ਉਹ ਮੈਂ ਨਾ ਡਾਕੂਮੈਂਟਰੀ ਦੇਖੀ ਆ ਉਹ ਵਾਲੀ ਧਰਤੀ ਚਪਟੀ ਦੇ ਗੋਲ ਵਾਲੀ, ਉਹ ਉਹਨਾਂ ਨੇ ਨਾ ਪੂਰੇ ਐਕਸਪੈਰੀਮੈਂਟ ਕਰਕੇ ਦਿਖਾਤੇ ਜਿਹੜੇ ਮੰਨਦੇ ਕਿ ਧਰਤੀ ਚਪਟੀ ਹੈ, ਜਿਹੜੇ ਮੰਨਦੇ ਕਿ ਧਰਤੀ ਗੋਲ ਆ, ਤੇ ਪੂਰੇ ਐਕਸਪੈਰੀਮੈਂਟ ਕਰਕੇ ਦਿਖਾਤੇ ਤੇ ਉਹ ਮਤਲਬ ਉਹਨਾਂ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ਉਹਨਾਂ ਐਕਸਪੈਰੀਮੈਂਟਾਂ ਨੂੰ, ਉਹ ਜਿਹੜਾ ਪ੍ਰੂਵ ਕਰਕੇ ਦਿਖਾਤਾ ਉਹਨਾਂ ਦੇ ਸਾਹਮਣੇ। ਬਟ ਉਹ ਸਾਰਾ ਕੁਝ ਜਦੋਂ ਹੋ ਕੇ ਐਂਡ 'ਚ ਕਹਿੰਦੇ ਨਹੀਂ ਜੀ ਧਰਤੀ ਚਪਟੀ ਹੈ, ਉਹਨਾਂ ਨੇ ਬਸ ਜਿੱਦਾਂ ਤੋਤੇ ਨਹੀਂ ਰੱਟੀ ਹੁੰਦੀ ਗੱਲ, ਤੋਤਾ ਜਦੋਂ ਰੱਟ ਕੇ ਬੈਠਾ ਹੁੰਦਾ, ਉਹਨਾਂ ਨੇ ਕੁਛ ਨਹੀਂ ਦੇਖਣਾ ਆਲਾ ਦੁਆਲਾ ਕਿਹੜੀ ਦਲੀਲ ਉਹ ਦੇ ਰਿਹਾ, ਕਿਹੜਾ ਉਹ ਲੌਜਿਕ ਦੇ ਰਿਹਾ, ਕੁਛ ਨਹੀਂ, ਬਸ ਐਂਡ 'ਚ ਧਰਤੀ ਚਪਟੀ ਹੈ ਜੀ, ਧਰਤੀ ਚਪਟੀ ਹੈ। ਤਾਂ ਨਹੀਂ ਗੱਲ ਬਿਲਕੁਲ ਠੀਕ ਹੈ ਭਾਈ, ਉਹ ਪੱਧਰ ਜਿੱਦਾਂ ਗੱਲ ਠੀਕ ਹੈ ਕਿ ਹਰੇਕ ਜਦੋਂ ਜਣਾ ਖਣਾ ਉੱਠ ਕੇ ਸਵਾਲ ਵੀ ਕਰਨ ਲੱਗ ਜਾਂਦਾ ਆ ਤੇ ਉਹਨੇ ਖਲਾਰਾ ਹੀ ਪਾਉਣਾ ਹੁੰਦਾ ਆ। ਖਾਸ ਕਰ ਇਸ ਮਤਲਬ ਬੈਸਟ ਐਗਜ਼ਾਮਪਲ ਸਾਡੇ ਕੋਲ ਖੱਪ ਗ੍ਰੇਡਾਂ ਦਾ ਹੈਗਾ। ਸੋਚ ਦਾ ਪੱਧਰ ਹੈ ਨਹੀਂਗਾ, ਨਾ ਇਹਨਾਂ ਦਾ ਲੈਵਲ ਆ, ਨਾ ਇਹਨਾਂ ਨੇ ਕੋਈ ਸਟੱਡੀਆਂ ਕੀਤੀਆਂ ਹੋਈਆਂ, ਨਾ ਇਹਨਾਂ ਨੂੰ ਕੁਝ ਪਤਾ ਆ, ਬਸ ਉਵੇਂ ਮੂੰਹ ਚੱਕ ਕੇ ਰਾਤ ਨੂੰ ਸੁੱਤੇ ਨੂੰ ਸੁਪਨਾ ਆਉਂਦਾ ਹੈ, ਸਵੇਰੇ ਮੂੰਹ ਚੱਕ ਕੇ ਸਵਾਲ ਕਰਨ ਲੱਗ ਜਾਂਦੇ ਹੈਗੇ। ਇਹ ਹਾਲ ਹੈ ਇਹਨਾਂ ਦਾ। ਬੈਸਟ ਐਗਜ਼ਾਮਪਲ ਆ ਸਾਡੇ ਕੋਲ ਇਸ ਟਾਈਮ ਖੱਪ ਗ੍ਰੇਡਾਂ ਦਾ। ਤੇ ਇਸ ਲਈ ਉਹ ਹੱਕ ਵੀ ਤੁਹਾਨੂੰ ਸਾਰਿਆਂ ਨੂੰ ਨਹੀਂ ਦੇਣਾ ਚਾਹੀਦਾ ਕਿ ਜਿਹੜਾ ਖਣਾ ਉੱਠ ਕੇ ਸਵਾਲ ਕਰਨਾ। ਜੇ ਗੁਰੂ ਸਾਹਿਬਾਨਾਂ ਦੇ ਸਵਾਲ, ਸਿੱਖ ਇਤਿਹਾਸ ਦੇ ਸਵਾਲ, ਗੁਰੂ ਗ੍ਰੰਥ ਸਾਹਿਬ ਦੇ ਸਵਾਲ, ਤੇ ਨਹੀਂ ਸਵਾਲ ਜੇ ਤੇ ਸਵਾਲ ਕੀਤਾ ਜਾ ਰਿਹਾ ਨਾ ਸਿੱਖਣੇ ਲਈ, ਜੀ ਬਿਲਕੁਲ, ਉਹਦੀ ਵੀ ਰਿਸਪੈਕਟ ਕਰਨੀ ਬਣਦੀ ਹੈ। ਪਰ ਜਦੋਂ ਸਵਾਲ ਕੀਤਾ ਜਾ ਰਿਹਾ ਆ ਵੀ ਕਿਸੇ ਦੇ ਉੱਤੇ ਜੱਜ ਬਣ ਕੇ ਬਹਿ ਕੇ, ਫਿਰ ਤੁਸੀਂ ਛਿੱਤਰ ਹੀ ਖਾਓਗੇ। ਨਹੀਂ ਉਹ ਤਾਂ ਭਾਜੀ ਰਿਸਪੈਕਟ ਕਿੱਥੋਂ ਹੋਣੀ ਤੁਹਾਡੀ? ਜਿਹੜਾ ਇੰਨੀ ਸੈਂਸ ਤਾਂ ਹਰੇਕ ਨੂੰ ਹੋ ਜਾਂਦੀ ਹੈ ਨਾ, ਜਿਹੜਾ ਬੰਦਾ ਇਸ ਫੀਲਡ ਦੇ ਵਿੱਚ ਕਿਸੇ ਵੀ ਫੀਲਡ ਦੀ ਗੱਲ ਕਰਦਾ, ਉਸ ਫੀਲਡ ਦਾ ਜਿਹੜਾ ਬੰਦਾ ਹੋਊਗਾ, ਜਿਹੜਾ ਉਹ ਸਵਾਲ ਰੇਜ਼ ਕੀਤਾ ਜਾਂਦਾ, ਉਹਨੂੰ ਸੈਂਸ ਤਾਂ ਹੋਊਗੀ ਕਿ ਸਵਾਲ ਸਿੱਖਣ ਵਾਸਤੇ ਹੈ ਕਿ ਐਵੇਂ ਖਰੂਦ ਪਾਉਣ ਵਾਸਤੇ ਕੀਤਾ ਜਾ ਰਿਹਾ, ਸ਼ੈਤਾਨੀ ਕੀਤੀ ਜਾ ਰਹੀ ਹੈ। ਤੇ ਇਹਨਾਂ ਦੇ ਸਾਰੇ ਸਵਾਲ ਸ਼ੈਤਾਨੀ ਚੋਂ ਨਿਕਲੇ ਹੁੰਦੇ ਆ, ਬਸ ਖਲਾਰਾ ਪਾਉਣਾ ਹੁੰਦਾ, ਬੇਈਮਾਨੀ। ਤੇ ਜਦੋਂ ਸਵਾਲ ਪਲਟ ਕੇ ਇਹਨਾਂ ਕੋਲ ਚਲ ਜਾਂਦੇ ਆ, ਫਿਰ ਕਹਿੰਦੇ ਅਸੀਂ ਉਹਨਾਂ ਜਵਾਬ ਦਾਂਗੇ ਤੁਹਾਨੂੰ, ਤੁਸੀਂ ਇਹ ਲੱਗਦੇ, ਤੁਸੀਂ ਉਹ ਲੱਗਦੇ, ਤੇ ਆਪ ਸਾਰਿਆਂ ਦੇ ਲੱਗੇ ਹੋਏ, ਆਪ ਸਾਰਿਆਂ ਦੇ ਲੱਗੇ। ਤੇ ਖੈਰ ਮਤਲਬ ਇਹ ਖੱਪ ਗ੍ਰੇਡਾਂ ਦਾ ਜੀ ਬੈਸਟ ਐਗਜ਼ਾਮਪਲ ਹੈ ਸਾਡੇ ਕੋਲ, ਜਿਹੜਾ ਖਰੂਦ ਪਾਉਣ ਵਾਲੇ ਬੰਦਿਆਂ ਦੇ ਵਿੱਚ ਗਿਣਤੀ ਇਹਨਾਂ ਦੀ ਆਉਂਦੀ ਹੈ। ਤੇ ਭਾਜੀ ਇਸ ਤੋਂ ਬਾਅਦ ਜਿਹੜਾ ਹੈਗਾ ਆ, ਇਹਨਾਂ ਨੇ 4 ਪੱਖ ਦੱਸੇ ਸੀਗੇ ਪਰਮਾਤਮਾ ਬਾਰੇ, ਇਨਸਾਨ ਦੀ ਨਿੱਜੀ ਹਸਤੀ ਜਾਂ ਆਪੇ ਬਾਰੇ, ਅਤੇ ਸਮਾਜ ਤੇ ਸੰਸਾਰ ਬਾਰੇ। ਪਰਮਾਤਮਾ ਬਾਰੇ ਅੱਜ ਅਸੀਂ ਪੜ੍ਹਿਆ ਹੈ ਤੇ ਉਹਨੂੰ ਡਿਸਕਸ ਕਰ ਲਿਆ, ਤੇ ਫਿਰ ਜਿਹੜਾ ਇਨਸਾਨ ਦੀ ਨਿੱਜੀ ਹਸਤੀ ਬਾਰੇ ਨੂੰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵਿਚਾਰ ਲਾਂਗੇ। ਅੱਜ ਦੇ ਪ੍ਰੋਗਰਾਮ ਦੀ ਫਿਰ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।